कोई सुखी ना बिच संसार डिठा, जिन्हों पुछिए दुख सुनावदा ए। पिछे एक दे 100 दे लए तरले, पूरी फेर भी रब ना पावदा ए। कोई पुत्रां दे हथों तंग होया, घर छड्ड परदेस नूं जावदा ए। कोई इस्त्री देख बदकार, अखी हथी जहर मगाए के खावदा ए। कोई निंदिया नहीं सहार सके, थले रेड़ दे आ मर जावदा ए। नानक दुखिया सब संसार, संसार दे विच हर एक जीव दुखी है। कोई किसी ढंग तरीके नाल दुखी है। हुण तुसीं मैं सिद्धा ही शुरू करदा, किसी गुरुद्वारे नूं देख लो, कमेटी वाले दुखी, आमदन घट होई, किहड़े ढंग नाल आपां इहदा काम भी चलाउणा ते आपां दान दी खातर संगत नूं अपील करिए, वो भी दुखी है। रागियां पाठियां नूं देख लो, ये भी दुखी है। ये साडे बाजे ते मत्थे घट टेके आ, ये भी कहंदे असीं बड़े दुखी हैं। पाठी नूं पुछ लो, वो कहंदे असीं दुखी हैं। गुरुद्वारे वाले सारे सारे ही कहंदे आ, मंदर वाले कहंदे, मसीत वाले कहंदे, चर्च वाले कहंदे आ। एक मंदिर दे विच ते एक गुरुद्वारे विच चढ़ावा चढ़दा, मसीत दे विच चढ़ावा नहीं चढ़दा, ना चर्च दे विच। उत्थे जिहड़े लोक है ਉਹ दसबंध अपना उत्थे डोनेशन जमा कराउंदे आ। उन्हां दे मत दे विच इसे वजह करके उत्थे दे साडे तां असीं चवानी मत्था टेक के रोटी खानी हुंदी गुरुद्वारे चों। मैं बाहर आम फॉरन दे विच भी देखदा हुंदा, उत्थे ਉਹ 25 सेंट ਲੈ ਕੇ ਹੱਥ ਦੇ ਵਿੱਚ ਹੌਲੀ ਕੁ ਦਿਨੇ ਉਹ ਹੱਥ ਜਿਹਾ ਘੁਮਾ ਕੇ ਗੱਲੇ 'ਚ ਪਾ ਦਿੰਦੇ ਆ, ਗੋਲਕ ਦੇ ਵਿੱਚ ਤੇ ਪਾ ਕੇ ਤੇ ਚੌੜੇ ਹੋ ਕੇ ਲੰਗਰ ਦੇ ਵਿੱਚ ਬਹਿ ਕੇ ਰੋਟੀ ਖਾਂਦੇ ਆ। ਇਹ ਤਾਂ ਸਾਡੀ ਮਰਜ਼ਾਦਾ ਜੀ, ਲੰਗਰ ਆਪਣੇ ਸੰਗਤ ਤੇ ਪੰਗਤ, ਇਹ ਤਾਂ ਗੁਰੂ ਘਰ ਦੀ ਮਰਜ਼ਾਦਾ ਨਹੀਂ। ਗੁਰੂ ਘਰ ਦੀ ਮਰਜ਼ਾਦਾ ਇਹ ਹੈ, ਸ੍ਰੀ ਦਰਬਾਰ ਸਾਹਿਬ ਦੇ ਵਿੱਚ ਹਾਲ ਵੀ ਮਰਜ਼ਾਦਾ ਕੋਈ ਛੁਪਣ ਨਹੀਂ ਹੋਈ। ਮਰਜ਼ਾਦਾ ਚੱਲਦੀ ਆ ਉੱਥੇ। 3 ਦਿਨ ਤੁਹਾਨੂੰ ਕੋਈ ਨਹੀਂ ਪੁੱਛੂਗਾ, 3 ਦਿਨ ਤੁਹਾਡੀ ਰਿਹਾਇਸ਼ ਨੂੰ ਕੋਈ ਨਹੀਂ ਪੁੱਛਦਾ। ਚੌਥੇ ਦਿਨ ਤੁਹਾਨੂੰ ਕਮਰਾ ਖਾਲੀ ਕਰਨ ਲਈ ਕਹਿਣਗੇ, ਅਤੇ ਜੇਕਰ ਤੁਸੀਂ ਲੰਗਰ ਦੇ ਵਿੱਚੋਂ ਪ੍ਰਸ਼ਾਦਾ ਛਕਣਾ ਤਾਂ ਤੁਹਾਨੂੰ ਸੇਵਾ ਵਾਸਤੇ ਵੀ ਕਹਿਣਗੇ ਸੇਵਾਦਾਰ। ਇਹ ਗੁਰੂ ਘਰ ਦੀ ਮਰਜ਼ਾਦਾ ਹੈ। ਤੁਸੀਂ ਵਿਹਲੇ ਬੈਠ ਕੇ ਰੋਟੀਆਂ ਨਹੀਂ ਖਾ ਸਕਦੇ। ਆਪਣੀ ਰਿਹਾਇਸ਼ ਤੁਸੀਂ ਗੁਰੂਦੁਆਰੇ ਦੇ ਵਿੱਚ ਨਹੀਂ ਰੱਖ ਸਕਦੇ। ਮੈਂ ਬੇਨਤੀ ਕਰਾਂ, ਕੋਈ ਸੁਖੀ ਕੌਣ ਹੈ? ਨਾਨਕ ਦੁਖੀਆ ਸਭ ਸੰਸਾਰ, ਸੰਸਾਰ ਦੇ ਵਿੱਚ ਸੁਖੀ ਕੌਣ ਹੈ? ਜੋ ਪਰਮੇਸ਼ਰ ਦਾ ਨਾਮ ਲੈਂਦਾ ਹੈ। ਹੁਣ ਆਪਾਂ ਸਾਰੇ ਕਹਿ ਦਿੰਦੇ ਹਾਂ ਗ੍ਰਸਤੀ ਆਦਮੀ, ਗ੍ਰਸਤੀ ਦੇਖ ਲਓ, ਜੇਕਰ ਇਹ ਇਸਤਰੀ ਔਰ ਪੁਰਸ਼ ਦੋਨੋਂ ਕੰਮ ਨਾ ਕਰਨ ਤਾਂ ਇਹਨਾਂ ਦੇ ਘਰ ਦਾ ਗੁਜ਼ਾਰਾ ਨਹੀਂ ਚੱਲ ਸਕਦਾ। ਮੈਂ ਕਈ ਵਾਰੀ ਹੱਸਦਾ ਹੁੰਦਾ ਵੀ ਜੇਕਰ ਆਹ ਡਾਲਰ ਦੀ ਜਾਂ ਪਾਊਂਡ ਦੀ ਕੀਮਤ ਘਟ ਜਾਵੇ ਤਾਂ ਬਾਹਰ ਫੌਰਨ ਦੇ ਵਿੱਚ ਕਿਸੇ ਗ੍ਰੰਥੀ ਨੇ ਨਹੀਂ ਜਾਣਾ, ਕਿਸੇ ਰਾਗੀ ਨੇ ਨਹੀਂ ਜਾਣਾ, ਕਿਸੇ ਪ੍ਰਚਾਰਕ ਨੇ, ਜਿੰਨੇ ਉਹ ਸਾਧੂ ਸੰਤ ਮਹਾਤਮਾ, ਇਹ ਸਭ ਡਾਲਰਾਂ ਦੀ ਜਦੋਂ ਮਹਿਕ ਆਉਂਦੀ ਹੈ ਜਾਂ ਪਾਊਂਡਾਂ ਦੀ ਮਹਿਕ ਆਉਂਦੀ ਹੈ, ਫਿਰ ਉੱਧਰ ਨੂੰ ਭੱਜਦੇ ਵੀ ਆਪਾਂ ਚਲੋ ਉੱਥੋਂ ਪੈਸੇ ਇਕੱਠੇ ਕਰ ਲਿਆਵਾਂਗੇ। ਥੋੜ੍ਹੇ ਜਿਹੇ ਡਾਲਰ ਇਕੱਠੇ ਹੋ ਗਏ ਅਤੇ ਆਪਣੇ ਪੈਸੇ ਇੰਡੀਆ ਵਿੱਚ ਆ ਕੇ ਵੱਧ ਬਣ ਜਾਣੇ, ਐਸ਼ ਕਰਾਂਗੇ। ਸਾਡੇ ਕਿੱਥੇ ਬਣ ਗਏ? ਪ੍ਰੇਮ ਨਹੀਂ ਹੈ, ਪ੍ਰੇਮ ਤੋਂ ਬਗੈਰ ਹੋ ਗਏ ਅਸੀਂ। ਇਸੇ ਵਜ੍ਹਾ ਕਰਕੇ ਸਤਿਗੁਰੂ ਕਹਿੰਦੇ ਨਾਨਕ ਦੁਖੀਆ ਸਭ ਸੰਸਾਰ, ਜਿਹਨੂੰ ਪੁੱਛ ਲਓ ਉਹ ਕੋਈ ਨਾ ਕੋਈ ਦੁੱਖ ਸੁਣਾਉਂਦਾ। ਕਿਸੇ ਗ੍ਰਸਤੀ ਨਾਲ ਗੱਲ ਕਰਕੇ ਦੇਖ ਲਓ, ਉਹ ਕਹਿੰਦਾ ਜਿੰਨਾ ਮੈਂ ਦੁਖੀ ਇੰਨਾ ਕੋਈ ਦੁਖੀ ਨਹੀਂ ਹੈ। ਉਹ ਕਹਿੰਦਾ ਉਹ ਕੀ ਹੋਇਆ, ਕੀ ਤੈਨੂੰ ਚੰਗਾ ਭਲਾ ਤੂੰ ਰੋਟੀ ਖਾਣਾ ਹੈ ਅਤੇ ਇਹ ਕੀ ਗੱਲ ਹੋ ਗਈ, ਦੁਖੀ ਕਿਹੜੀ ਗੱਲੋਂ ਆ? ਉਹ ਕਹਿਣ ਲੱਗਾ ਮੁੰਡਾ ਪਹਿਣੇ ਵਿੱਚ ਨਹੀਂ ਹੈ। ਲੜਕੀ ਦਾ ਤਾਂ ਚਲੋ ਪਰਦਾ ਪਾ ਲੈਂਦੇ ਵੀ ਨਹੀਂ ਕਹਿੰਦੇ। ਵੱਡੇ ਘਰ ਦੇ ਜੇਕਰ ਲੜਕੀ ਘਰੋਂ ਚਲੀ ਗਈ ਤਾਂ ਕਹਿਣਗੇ ਜੀ ਇਹ ਲੜਕੀ ਆਪਣੀ ਫਰੈਂਡ ਕੋਲ ਚਲੀ ਗਈ ਸੀ, ਰਾਤ ਰਹੀ ਉੱਥੇ। ਅਤੇ ਗਰੀਬ ਘਰ ਦੀ ਜੇ ਕੋਈ ਲੜਕੀ 'ਚ ਨਿਕਲ ਜਾਵੇ ਤਾਂ ਫਿਰ ਉਹਨੂੰ ਪਿੰਡ ਦੇ ਵਿੱਚ ਕਹਿੰਦੇ ਵੀ ਉਹ ਨਿਕਲ ਗਈ, ਅਤੇ ਉਹਨੂੰ ਬੁਰੇ ਭਲੇ ਲਫ਼ਜ਼ ਵੀ ਬੋਲਦੇ ਆ। ਵੱਡੇ ਘਰਾਂ ਦੇ ਪਰਦੇ ਪੈ ਜਾਂਦੇ ਆ।
सतगुरु फरमान करदे आ, पुत्र कलत्तर लक्ष्मी माया इनते कहो कब ने सुख पाया। जेकर माँ बाप दे पुत्र आग्याकार नहीं है तो माँ बाप भी दुखी। ਉਸੇ ਪੁੱਤਰ ਨੂੰ ਜਿਹੜੀ ਸੁੱਖਾਂ ਸੁੱਖਦੇ ਸੀ ਕਿਸੇ ਗੁਰਦੁਆਰੇ ਜਾਂ ਮੰਦਰ ਮਸੀਤ ਚਰਚ ਦੇ ਵਿੱਚ ਜਾ ਕੇ ਅਰਦਾਸਾਂ ਕਰਦੇ ਸੀ ਵੀ ਸਾਨੂੰ ਪੁੱਤਰ ਦੀ ਦਾਤ ਬਖਸ਼ੋ, ਸਾਡਾ ਪੁੱਤਰ ਇੱਦਾਂ ਹੋਵੇ, ਸਾਡਾ ਪੁੱਤਰ ਇੱਦਾਂ ਹੋਵੇ। ਝੋਲੀਆਂ ਅੱਡ ਅੱਡ ਕੇ ਰੱਬ ਕੋਲੋਂ ਮੰਗਦੇ ਹੈ, ਫਿਰ ਉਸੇ ਪੁੱਤਰ ਨੂੰ ਫਟਕਾਰਾਂ ਦਿੰਦੇ ਹੈ ਕਿਉਂਕਿ ਆਗਿਆਕਾਰ ਨਹੀਂ ਹੈ, ਦੁਖੀ ਕਰਦਾ ਜਾਂ ਕਿਸੇ ਨਸ਼ੇ ਪੱਤੇ ਦੇ ਵਿੱਚ ਲੱਗ ਜਾਂਦਾ। ਆ ਚਿੱਟਾ ਹੀ ਖਾਣ ਲੱਗ ਪੈਂਦੇ ਲੋਕ। ਚਿੱਟੇ ਦੀ ਬਿਮਾਰੀ ਇੰਨੀ ਚੱਲੀ ਹੋਈ ਹੈ, ਪਤਾ ਹੀ ਨਹੀਂ। ਕਈ ਸਾਧ ਵੀ ਚਿੱਟੇ ਦਾ ਕੰਮ ਕਰਦੇ ਆ। ਉਹ ਕਦੇ ਚਿੱਟਾ ਵੇਚੋ, ਐਵੇਂ ਬਹੁਤੇ ਮੱਥੇ ਟਿਕਾਉਣ ਦੀ ਲੋੜ ਹੀ ਨਹੀਂ ਹੈ, ਥੋੜ੍ਹੇ ਨਾਲ ਹੀ ਬਹੁਤਾ ਬਣ ਜਾਂਦਾ। ਪ੍ਰਸ਼ਾਦ ਹੀ ਚਿੱਟੇ ਦਾ। ਇਹ ਸਾਰਾ ਕੁਝ ਜਿਹੜਾ ਚੱਲਦਾ ਇਹ ਸਿਸਟਮ ਸਹੀ ਨਹੀਂ ਹੈ। ਲੜਕੀ ਆਗਿਆਕਾਰ ਨਹੀਂ ਹੈ ਤਾਂ ਵੀ ਮਾਂ ਬਾਪ ਦੁਖੀ। ਇੱਕ ਲੜਕੀ ਆਗਿਆਕਾਰ ਨਹੀਂ ਹੈ, ਪੁੱਛ ਕੇ ਨਹੀਂ ਜਾਂਦੀ, ਪੁੱਛ ਕੇ ਨਹੀਂ ਆਉਂਦੀ, ਬਿਨਾਂ ਪੁੱਛੇ ਰਾਤ ਰਹਿ ਪੈਂਦੀ ਹੈ, ਇੱਧਰ ਉੱਧਰ ਜਾਂਦੀ ਹੈ। ਕਈ ਤਾਂ ਸਾਡੇ ਪੰਜਾਬ ਦੇ ਵਿੱਚੋਂ ਬਹੁਤ ਲੜਕੀਆਂ ਹੁਣ ਜਾਂਦੀਆਂ ਬਾਹਰ ਫੋਰਨ ਦੇ ਵਿੱਚ, ਉਹ ਨਗਨ ਹੋ ਕੇ ਨੱਚਦੀਆਂ, ਉੱਥੇ ਬਾਹਰ ਦਿਖਾਉਂਦੀਆਂ, ਪੈਸੇ ਇਕੱਠੇ ਕਰਦੀਆਂ। ਹਰ ਚੀਜ਼ ਪੈਸੇ ਦੇ ਮਗਰ ਹੈ। ਗੁਰਦੁਆਰਾ ਦੇਖ ਲਓ, ਉਹ ਵੀ ਪੈਸੇ ਮਗਰ। ਚਿੱਟਾ ਵੇਚ ਲਓ, ਉਹ ਵੀ ਪੈਸੇ ਦੇ ਮਗਰ। ਫੀਮ ਵੇਚ ਲਓ, ਪੈਸੇ ਦੇ ਮਗਰ। ਸ਼ਰਾਬ ਵੇਚ ਲਓ, ਪੈਸੇ ਦੇ ਮਗਰ। ਕੋਈ ਵੀ ਕਿਤੇ ਕਾਹਨੂੰ ਪੈਸਾ ਚਾਹੀਦਾ, ਰੱਬ ਨਹੀਂ ਚਾਹੀਦਾ। ਮਹਾਰਾਜ ਇੱਕ ਦਿਨ ਕਹਿਣ ਲੱਗੇ, ਲక్ష్ਮੀ ਮੈਨੂੰ ਕੋਈ ਚਾਹੁੰਦਾ ਹੀ ਨਹੀਂ, ਜਿਹੜੇ ਚਾਹੁੰਦੇ ਤੈਨੂੰ ਹੀ ਚਾਹੁੰਦੇ ਆ। ਕਹਿਣ ਲੱਗੀ, ਮਹਾਰਾਜ ਫਿਰ ਮੈਂ ਕੀ ਕਰਾਂ? ਕਹਿਣ ਲੱਗੀ, ਮੈਂ ਇੱਦਾਂ ਕਰਦੀ ਹਾਂ, ਜਿੱਥੇ ਤੁਸੀਂ ਹੋਵੋਗੇ ਮੈਂ ਉੱਥੇ ਜਾਊਂਗੀ। ਕਹਿੰਦੇ ਉਹਦਾ ਕੀ ਮਤਲਬ ਹੋਇਆ? ਉਹਦਾ ਮਤਲਬ ਇਹ ਵੀ ਜਿਹੜਾ ਤੁਹਾਡਾ ਕੋਈ ਨਾਮ ਜਪੂਗਾ ਮੈਂ ਉੱਥੇ ਵਰ ਦੇਵਾਂਗੀ। ਜਿਹੜਾ ਕੋਈ ਤੁਹਾਡਾ ਨਾਮ ਨਹੀਂ ਜਪੂਗਾ ਫਿਰ ਮੈਂ ਉੱਥੋਂ ਪਾਸੇ ਹਟ ਜੂੰਗੀ, ਸਰਾਪ ਦੇ ਦੂੰਗੀ। ਮਾਇਆ ਸਰਾਪ ਵੀ ਦੇ ਦਿੰਦੀ ਆ। ਮਾਇਆ ਦੋ ਪ੍ਰਕਾਰ ਦੀ, ਦੋ ਚਲਾਵੇ ਰਾਹ। ਇੱਕ ਲੈ ਜਾਂਦੀ ਸੁਰਗ ਨੂੰ, ਇੱਕ ਨਰਕ ਲੈ ਜਾ। ਇੱਕ ਮਾਇਆ ਨਾਲ ਗੱਡੀ ਆ ਗਈ ਘਰ ਦੇ ਵਿੱਚ, ਸਾਰਾ ਪਰਿਵਾਰ ਇਕੱਠੇ ਹੋ ਕੇ। ਪਹਿਲੀ ਗੱਲ ਤਾਂ ਸਾਡੇ ਬੱਚਿਆਂ ਨੂੰ ਮਾਰ ਲਿਆ ਮੋਬਾਈਲਾਂ ਨੇ। ਮੋਬਾਈਲ ਨਹੀਂ ਛੱਡਦੇ, ਨਾ ਮਹਾਰਾਜ ਨੂੰ ਮੱਥਾ ਟੇਕਣਾ, ਨਾ ਕਿਸੇ ਮੰਦਰ ਦੇ ਵਿੱਚ, ਨਾ ਮਸੀਤ ਦੇ ਵਿੱਚ, ਨਾ ਚਰਚ ਦੇ ਵਿੱਚ। ਬਸ ਟੁਕ 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 ਮੋਬਾਈਲਾਂ ਦੀ ਚੱਲਦੀ ਆ। ਮੋਬਾਈਲ ਦੇ ਵਿੱਚੋਂ ਪਤਾ ਨਹੀਂ ਇਹ ਕੀ ਸਾਰੀ ਦਿਹਾੜੀ ਕੱਢਦੇ ਆ। ਰਾਤ ਨੂੰ ਮੈਨੂੰ ਤਾਂ ਲੱਗਦਾ ਸੁੱਤੇ ਪਏ ਵੀ ਟੁਕ ਟੁਕ ਕਰਦੇ ਰਹਿੰਦੇ ਹੋਣਗੇ। ਇਹ ਬੜੀ ਭੈੜੀ ਬਿਮਾਰੀ ਚੱਲੀ ਆ। ਮੈਂ ਬੇਨਤੀ ਕਰ ਰਿਹਾ ਸੀ, ਪੁੱਤਰ ਕਲੱਤਰ ਲక్ష్ਮੀ ਮਾਇਆ। ਅਸੀਂ ਪੁੱਤਰ ਤੋਂ ਵੀ ਦੁਖੀ ਹੋ ਗਿਆ ਮਾਂ ਬਾਪ, ਲੜਕੀ ਤੋਂ ਵੀ ਦੁਖੀ ਹੋ ਗਿਆ ਜੇਕਰ ਆਗਿਆਕਾਰ ਨਹੀਂ ਹੈ। ਜੇ ਆਗਿਆਕਾਰ ਹੈ ਫਿਰ ਸੁਖੀ ਹੈ, ਪਰਿਵਾਰ ਉਹ ਸੁਖੀ ਹੈ। ਫਿਰ ਨਾਨਕ ਦੁਖੀਆ ਸਭ ਸੰਸਾਰ ਨਹੀਂ ਹੈ, ਫਿਰ ਸੁਖੀ ਹੈ। ਲక్ష్ਮੀ ਮਾਇਆ, ਲక్ష్ਮੀ ਕਹਿੰਦੇ ਪੈਸੇ ਨੂੰ। ਸੁੱਖ ਨਾ ਹੀ ਬਹੁਤਾ ਧਨ ਖੱਟ ਹੈ। ਬਹੁਤਾ ਵੀ ਪੈਸਾ ਆ ਜਾਣਾ, ਟੈਕਸ ਵਾਲਿਆਂ ਦਾ ਡਰ, ਚੋਰਾਂ ਦਾ ਡਰ, ਡਾਕੂਆਂ ਦਾ ਡਰ, ਚਾਰ ਚੁਫੇਰੋ ਡਰ ਹੀ ਡਰ, ਡਰ ਹੀ ਡਰ। ਉਹ ਪੈਸਾ ਲੈਣ ਆਏ ਕੋਈ ਚੀਜ਼ ਨਾ ਮਾਰ ਦੇਣ, ਪੈਸਾ ਤਾਂ ਲੈ ਜਾਣ ਚੋਰੀ ਕਰਕੇ। ਜੇ ਕੋਈ ਵਿਰੋਧ ਕਰਾਂਗੇ ਫਿਰ ਉਹ ਕੋਈ ਨਾ ਕੋਈ ਮਾਰਨਗੇ ਚੀਜ਼, ਸਿਰ ਦੇ ਵਿੱਚ ਮਾਰਤੀ ਤਾਂ ਵੀ ਫਿਰ ਹੌਸਪੀਟਲਾਂ 'ਚ ਧੱਕੇ ਖਾਵਾਂਗੇ। ਇਹ ਚਾਰ ਚੁਫੇਰੋ ਲక్ష్ਮੀ ਵੀ ਉਤਨੀ। ਮਹਾਰਾਜ ਕਹਿੰਦੇ ਸੁੱਖ ਨਾਹੀਂ ਬਹੁਤਾ ਧਨ ਖੱਟ ਹੈ। ਬਹੁਤਾ ਪੈਸਾ ਵੀ ਇਹ ਸੁਖਦਾਇਕ ਨਹੀਂ ਹੈ।
ਮਾਇਆ ਜਿਹੜੀ ਭਰਮਾਉਂਦੀ ਹੈ। ਮੈਂ ਵੈਸੇ ਸਾਰਿਆਂ ਦਾ ਤਾਂ ਨਹੀਂ ਕਹਿ ਸਕਦਾ, ਕੁਛ ਹੋ ਸਕਦੇ ਪਰਿਵਾਰ ਐਸੇ ਵੀ ਹੋਣ। ਹਰ ਇੱਕ ਘਰ ਦੇ ਵਿੱਚ ਬੋਤਲ ਲਿਆ ਕੇ ਰੱਖੀ ਹੈ, ਖਾਸ ਕਰਕੇ ਬੀਬੀਆਂ। ਉਦੋਂ ਤਾਂ ਹੁਣ ਮੈਨੂੰ ਹੌਲੀ ਹੌਲੀ ਪਤਾ ਲੱਗਦਾ ਵੀ ਕਦੇ ਬੀਬੀਆਂ ਵੀ ਉਹ ਕੋਕ 'ਚ ਪਾ ਕੇ ਪੀ ਲੈਂਦੀਆਂ। ਇੱਕ ਪਤਾ ਨਹੀਂ ਕਿਹੜੀ ਸ਼ਰਾਬ ਆ, ਕਹਿੰਦੇ ਉਹਦੇ ਵਿੱਚੋਂ ਮੁਸਕ ਹੀ ਨਹੀਂ ਆਉਂਦਾ। ਉਹ ਪੀ ਕੇ ਉਹ ਵੀ ਝੂਲਦੀਆਂ ਫਿਰਦੀਆਂ, ਫਿਰ ਨੱਚਣ ਗਾਉਣ ਪਾਰਟੀ ਪੂਰਟੀ ਜਾ ਕੇ ਉੱਥੇ ਉਹ ਨੱਚਦੀਆਂ, ਬੜਾ ਜ਼ੋਰ ਲਾਉਂਦੀਆਂ। ਸਿਗਰਟਾਂ ਦੀ ਬਿਮਾਰੀ ਬੜੀ ਚੱਲ ਪਈ। ਕਲਗੀਧਰ ਨੇ ਤੰਬਾਕੂ ਬੰਦ ਕੀਤਾ ਸੀ ਸਿੱਖ ਵਾਸਤੇ। ਸਾਡੇ ਸਿੱਖਾਂ ਦੀਆਂ ਕੁੜੀਆਂ ਹੀ ਜਾਂਦੀ ਇਹ ਅਗਾਂਹ ਵਧੂ ਖਿਆਲ ਹੋ ਜਾਂਦੇ ਆ। ਇਹ ਬੱਚੇ ਜੀ ਬੜੇ ਫਾਰਵਰਡ ਹੋ ਗਏ ਆ, ਬੱਚਿਆਂ ਦੇ ਖਿਆਲ ਬੜੇ ਅਗਾਂਹ ਵਧੂ ਆ। ਅਗਾਂਹ ਵਧੂ ਨਹੀਂ ਹੈ, ਇਹ ਗਰਕ ਵਧੂ ਹੈ। ਤੰਬਾਕੂ ਸੇਵਨ ਵਾਸਤੇ ਬ੍ਰਹਮਾ ਜੀ ਨੇ ਆਪਣੇ ਪੁੱਤਰ ਨਾਰਦ ਨੂੰ ਸਮਝਾਉਂਦੇ ਆ ਕਿ ਨਾਰਦ, ਕਲਯੁਗ ਦੇ ਵਿੱਚ ਇੱਕ ਤੰਬਾਕੂ ਨਾਂ ਦੀ ਬੂਟੀ ਹੋਊਗੀ, ਜਿਸ ਦਾ ਪਾਣੀ ਗਊ ਦੇ ਪਿਸ਼ਾਬ ਵਰਗਾ ਹੋਊਗਾ। ਫਿਰ ਕਹਿਣ ਲੱਗੇ, ਪਿਤਾ ਜੀ ਉਹ ਬੂਟੀ ਦੀ ਕੋਈ ਬਣਤਰ ਕਿਸ ਤਰ੍ਹਾਂ ਦੀ ਹੋਊਗੀ? ਜਿਸ ਤਰ੍ਹਾਂ ਗਊ ਦੇ ਕੰਨ ਖੜ੍ਹੇ ਹੁੰਦੇ ਆ, ਇਸੇ ਤਰ੍ਹਾਂ ਇਹਦੇ ਪੱਤੇ ਖੜ੍ਹੇ ਹੋਣਗੇ। ਇਹ ਤੰਬਾਕੂ ਦੀ ਬੂਟੀ ਦੇ 2 ਪੱਤੇ ਨਿਕਲਦੇ ਆ, ਜਿਸ ਤਰ੍ਹਾਂ ਕੰਨ ਖੜ੍ਹੇ ਹੁੰਦੇ ਇਸੇ ਤਰ੍ਹਾਂ ਦੀ ਉਹਦੀ ਬਣਤਰ ਹੈ। ਅਤੇ ਪਿਤਾ ਜੀ ਇਹ ਬੂਟੀ ਪੈਦਾ ਕਿੱਥੋਂ ਹੋਊਗੀ? ਕਹਿਣ ਲੱਗੇ ਗਊ ਦੀ ਰੱਤ ਦੇ ਵਿੱਚੋਂ ਪੈਦਾ ਹੋਊਗੀ। ਧਰਮ ਨੂੰ ਭ੍ਰਸ਼ਟ ਕਰਨ ਵਾਸਤੇ, ਧਰਮ ਦਾ ਨਾਸ਼ ਕਰਨ ਵਾਸਤੇ ਤੰਬਾਕੂ ਨਾਂ ਦੀ ਬੂਟੀ ਪੈਦਾ ਹੋਊਗੀ ਕਲਯੁਗ ਦੇ ਵਿੱਚ। ਅਤੇ ਕਦਾਚਿਤ ਵੀ ਤੰਬਾਕੂ ਨੂੰ ਸੇਵਨ ਨਹੀਂ ਕਰਨਾ ਚਾਹੀਦਾ। ਪਰ ਸਾਡੇ ਹਟਦੇ ਫਿਰ ਨਹੀਂ ਹੈ, ਸਿੱਖਾਂ ਦੇ ਮੁੰਡੇ ਨਹੀਂ ਹਟਦੇ। ਉਹ ਹੱਥੇ ਤਾੜੀ ਜੀ ਮਾਰ ਕੇ ਲਾ ਕੇ ਬਹਿ ਜਾਂਦੇ ਆ। ਬੁੱਲ ਭਾਵੇਂ ਉੱਠ ਵਾਂਗੂ ਥੱਲੇ ਨਹੀਂ ਲੰਕਦੇ ਹੋਣ, ਸ਼ਰਮ ਨਹੀਂ ਮੰਨਦੇ ਵੀ ਤੰਬਾਕੂ ਲੱਗਾ ਹੋਇਆ ਦੰਦਾਂ ਨੂੰ ਖਾ ਲੂਗਾ ਜਾਂ ਹੋਰ ਕੁਛ ਕਰ ਲੂਗਾ, ਇਹ ਭੈੜੀਆਂ ਬਿਮਾਰੀਆਂ ਲਾਊਗਾ ਨਾ। ਸਾਨੂੰ ਉਹਦਾ ਕੋਈ ਡਰ ਨਹੀਂ ਹੈ। ਸਾਨੂੰ ਤਾਂ ਨਸ਼ਾ ਹੋਣਾ ਚਾਹੀਦਾ, ਸਰੀਰ ਨੂੰ ਨਸ਼ਾ ਹੋਣਾ ਚਾਹੀਦਾ। ਇਸੇ ਤਰ੍ਹਾਂ ਹੁਣ ਲੜਕੀਆਂ ਵਿੱਚ ਵੀ ਇਹ ਬਿਮਾਰੀ ਚੱਲ ਪਈ। ਸਾਰਾ ਸੰਸਾਰ ਹੀ ਕੋਈ ਸੁੱਖ ਹੀ ਨਾ ਵਿੱਚ ਸੰਸਾਰ ਡਿੱਠਾ, ਜਿਹਨੂੰ ਪੁੱਛੀਏ ਦੁੱਖ ਸੁਣਾਉਂਦਾ ਏ। ਉਹ ਫਿਰ ਸਾਰੇ ਇੱਕ ਬੰਦਾ ਦੱਸਦਾ, ਯਾਰ ਮੈਨੂੰ ਆਹ ਤਕਲੀਫ ਹੈ, ਮੈਨੂੰ ਆਹ ਦੁੱਖ ਹੈ, ਮੈਨੂੰ ਆਹ ਦੁੱਖ ਹੈ। ਨਹੀਂ, ਅਸੀਂ ਸੋਚਦੇ ਨਹੀਂ ਹਾਂ ਪਰਮੇਸ਼ਰ ਦਾ ਨਾਮ ਸੁੱਖ ਦੇਣ ਵਾਸਤੇ ਹੈ। ਸੁੱਖ ਨਾ ਹੀ ਬਹੁਤਾ ਧਨ ਖਾਟੇ, ਸੁੱਖ ਕਿੱਥੇ ਹੈ? ਪਰਮੇਸ਼ਰ ਦੇ ਨਾਮ ਦੇ ਵਿੱਚ ਹੈ। ਮੈਂ ਬੇਨਤੀ ਕਰ ਰਹੀ ਸੀ, ਪੁੱਤਰ ਕਲੱਤਰ ਲక్ష్ਮੀ ਮਾਇਆ ਜਿਹੜੀ ਹੈਗੀ ਆ, ਇਹ ਬੰਦੇ ਨੂੰ ਪੁੱਠੇ ਪਾਸੇ ਲਾਉਂਦੀ ਆ। ਜੇ ਤਾਂ ਹੁਣ ਘਰ ਦੇ ਵਿੱਚ ਪੈਸਿਆਂ ਨਾਲ ਗੱਡੀ ਲੈ ਲਈ, ਜੇ ਤਾਂ ਗੁਰਦੁਆਰੇ ਨੂੰ ਚਲੇ ਗਏ ਸਾਰਾ ਟੱਬਰ ਇਕੱਠੇ ਹੋ ਕੇ। ਪਹਿਲੀ ਗੱਲ ਤਾਂ ਸਾਰਾ ਟੱਬਰ ਇਕੱਠਾ ਹੁੰਦਾ ਹੀ ਨਹੀਂ। ਉਹ ਕਹਿੰਦਾ ਵੀ ਤੁਸੀਂ ਜਾਇਓ, ਤੁਹਾਡਾ ਕੰਮ ਆ ਇਹ ਮੱਥਾ ਟੇਕਣਾ, ਸਾਡਾ ਕੰਮ ਨਹੀਂ ਹੈ। ਸਾਡਾ ਕੰਮ ਤਾਂ ਮੋਬਾਈਲ 'ਤੇ ਖੇਡਣਾ। ਜਾਂਦੇ ਹੀ ਨਹੀਂ, ਜਵਾਕ ਜਾਂਦੇ ਹੀ ਨਹੀਂ ਗੁਰਦੁਆਰੇ ਕੋਲ। ਕਹਿੰਦੇ ਕੀ ਆ? ਗੁਰਦੁਆਰੇ ਵਿੱਚ ਭਾਈ ਜੋ ਚੌਰ ਕਰਦਾ ਨਿਗਾਹ ਰੱਖਦਾ ਵੀ ਕਿਹੜਾ ਬੰਦਾ ਕਿੰਨੇ ਪੈਸੇ ਮੱਥਾ ਟੇਕ ਗਿਆ, ਕਿਹੜਾ ਬੰਦਾ ਕਿੰਨੇ ਪੈਸੇ ਮੱਥਾ ਟੇਕ ਗਿਆ। ਉੱਥੇ ਕੋਈ ਇੱਦਾਂ ਤਾਂ ਹੈ ਨਹੀਂ ਗਾ। ਜੇ ਪਹਿਲੀ ਗੱਲ ਤਾਂ ਜਾਣਗੇ, ਉਹ ਮਾਈ ਗੋਡ, ਕਹਿੰਦਾ ਇਹ ਸੁਣਦਾ ਹੀ ਨਹੀਂ, ਇਹ ਕੀ ਇਹ ਰਾਗੀ ਕੀ ਬੋਲਦੇ ਆ। ਇਹ ਰਾਗੀਆਂ ਦਾ ਕੀਰਤਨ ਹੀ ਇੱਦਾਂ ਦਾ, ਉਹ ਇਕੱਲੇ ਹੀ ਗਾਉਂਦੇ ਆ, ਇਕੱਲੇ ਹੀ ਆਪਦਾ ਕਰਕੇ। ਜਿਹੜੇ 4 ਪੈਸੇ ਚੜਾਵਾ ਚੜਿਆ, ਡਾਲਰ ਡੂਲਰ, ਉਹ ਇਕੱਠੇ ਬਾਜੇ 'ਚ ਹੀ ਲਪੇਟ ਰਹਿੰਦੇ, ਲਪੇਟ ਕੇ ਤੇ ਆਪਣਾ ਤੁਰ ਜਾਂਦੇ ਆ। ਸਿਰਫ ਇੱਕ ਇਹ ਰਹਿ ਗਿਆ ਵੀ ਟਾਈਮ ਵੇਸਟ ਕਰਨ ਵਾਸਤੇ। ਆਪਣੇ ਵਿਆਹ ਸ਼ਾਦੀ ਦਾ ਕੋਈ ਟਾਈਮ ਹੋਵੇ, ਕੋਈ ਮਰਗ ਦਾ ਭੋਗ ਹੋਵੇ, ਉਹ ਕਹਿਣਗੇ ਭਾਈ ਸਾਹਿਬ ਜੀ ਤੁਸੀਂ ਆਪਣਾ ਸ਼ਬਦ ਸ਼ੁਰੂ ਕਰ ਲਓ। ਉਹ ਫਿਰ ਲੋਕਾਂ ਦਾ ਇਕੱਠ ਕਰਨ ਵਾਸਤੇ ਇਹ ਸ਼ਬਦ ਆ। ਇਹ ਉਹ ਕੀਰਤਨ ਸ਼ੁਰੂ ਕਰਨ ਦੇ ਲੋਕ ਆਈ ਜਾਂਦੇ, ਨਾਲੇ 5 ਰੁਪਈਏ ਮਹਾਰਾਜ ਨੂੰ ਮੱਥਾ ਟੇਕੀ ਜਾਂਦੇ, 5 ਰੁਪਈਏ ਫਿਰ ਇੱਧਰ ਇਹਨਾਂ ਨੂੰ ਟੇਕੀ ਜਾਂਦੇ ਆ। ਉਹ ਬਰਾਬਰ ਹੀ ਪੂਜਾ, ਇੱਥੇ ਕਹਿੰਦੇ ਦੇਹਧਾਰੀ ਦੀ ਪੂਜਾ ਨਹੀਂ ਹੋਣੀ ਚਾਹੀਦੀ। ਉਹ ਬਰਾਬਰ ਲੋਕਾਂ ਦੇ ਸਾਹਮਣੇ ਸ਼ਰੇਆਮ ਹੁੰਦੀ ਆ। ਕਹਿੰਦੇ ਇਹ ਮਰਜ਼ਾਦਾ ਹੈ, ਇਹ ਮਰਜ਼ਾਦਾ ਤੁਸੀਂ ਉਹ ਨਹੀਂ ਦੇ ਸਕਦੇ। ਤੁਸੀਂ ਪੈਸਾ ਦੇਣਾ ਰਾਗੀਆਂ ਨੂੰ, ਤੁਹਾਨੂੰ ਚੰਗਾ ਲੱਗਦਾ ਹੈ,
ਇੱਕ ਬੰਦਾ ਉੱਠੋ ਉਹਦੇ ਵਿੱਚ ਸਾਰਿਆਂ ਤੋਂ ਪੈਸੇ ਫੜ ਕੇ ਉਹ ਤੇਰਾ ਕੀ ਸਿੰਘਾਂ ਦੇ ਦਿਓ। ਜਿਹੜੇ ਬਰਾਬਰ ਮੱਥੇ ਟੇਕਣੇ ਇਹ ਕਿੰਨਾ ਗਲਤ ਕੰਮ ਆ। ਕੀਰਤਨ ਦੀ ਸਮਾਪਤੀ ਦਾ ਟਾਈਮ ਉਸ ਤੋਂ ਪਹਿਲਾਂ ਜਦ ਇਹ ਆਪਣਾ ਜਦੋਂ ਕਰਦੇ ਆ, ਮਰ ਗਿਆ ਤਾਂ ਵੀ ਆਨੰਦ ਸਾਹਿਬ ਆ, ਜੰਮ ਪਿਆ ਤਾਂ ਵੀ ਆਨੰਦ ਸਾਹਿਬ ਆ, ਜੇ ਹੋਰ ਕੋਈ ਖੁਸ਼ੀ ਹੈ ਤਾਂ ਵੀ ਆਨੰਦ ਸਾਹਿਬ ਆ, ਆਨੰਦ ਪਿਆ ਮੇਰੀ ਮਾਏ ਤਾਂ ਹੋ ਜਾਣਾ। ਆਪਾਂ ਫੌਰਨ ਦੇ ਵਿੱਚ ਦੇਖਦਾ ਜਦੋਂ ਆਨੰਦ ਪਿਆ ਮੇਰੀ ਮਾਏ, ਫਿਰ ਇਹ ਉੱਠਦੇ ਆ ਵਾਰੀ ਵਾਰੀ ਸਾਰੇ ਉੱਠ ਕੇ ਜਾ ਕੇ ਫਿਰ ਉਹਦੇ ਰਾਗੀ ਸਿੰਘ ਦੇ ਰੱਖਦੇ ਆ, ਬਾਜੇ 'ਤੇ ਪੈਸੇ ਰੱਖਦੇ ਆ ਡਾਲਰ। ਅਤੇ ਚਲੋ ਕੀ ਆ, ਮਨ ਮਤ ਚੱਲੀ ਹੋਈ ਆ, ਕੋਈ ਗੁਰਮਤ ਹੈ ਹੀ ਨਹੀਂ। ਸਤਿਪੁਰਸ਼ ਪ੍ਰਵਾਨ ਕਰਦੇ ਆ, ਕੋਈ ਸੁਖੀ ਨਾ ਵਿੱਚ ਸੰਸਾਰ ਡਿੱਠਾ, ਜਿਹਨੂੰ ਪੁੱਛੀਏ ਦੁੱਖ ਸੁਨਾਮ ਦਾ ਏ। ਪਿੱਛੇ ਇੱਕ ਦੇ 100 ਦੇ ਲਏ ਤਰਲੇ, ਪੂਰੀ ਫੇਰ ਵੀ ਰੱਬ ਨਾ ਪਾਵਦਾ ਏ। ਕੋਈ ਪੁੱਤਰਾਂ ਦੇ ਹੱਥੋਂ ਤੰਗ ਹੋਇਆ, ਘਰ ਛੱਡ ਪਰਦੇਸ ਨੂੰ ਜਾਵਦਾ ਏ। ਮਾਂ ਬਾਪ ਨੂੰ ਰੋਟੀ ਦੇਣੀ ਹੋਵੇ, ਉਹ ਕਿੱਥੋਂ ਬੁੜਾ ਦੱਦ ਲੱਗਾ, ਕਿਹੜਾ ਇਹਨੂੰ ਰੋਟੀ ਦੇਵੇ। ਔੜ ਸਾਰ ਘਰ ਦੇ ਵਿੱਚ ਬਹੂ ਆਈ, ਬੜੇ ਸਗਨਾਂ ਨਾਲ ਅੰਦਰ ਵੜਦੇ ਆ, ਸਭ ਕੁਛ ਕਰਦੇ ਆ, ਉਹ ਮੁੰਡੇ 'ਤੇ ਕਬਜ਼ਾ ਕਰਕੇ ਬਹਿ ਜਾਂਦੀ ਆ। ਬੁੜੇ ਦੀ ਰੋਟੀ ਵਿਸਰ ਜਾਂਦੀ ਹੈ। ਬੁੜਾ ਫਿਰ ਜਾਂਦਾ ਗੁਰਦੁਆਰੇ, ਭਾਲ ਕਰਦਾ ਵੀ ਉੱਥੇ ਰੋਟੀ ਖਾਈਏ, ਉੱਥੇ ਆਹ ਕਰੀਏ। ਇਹ ਗੁਰਦੁਆਰਾ ਨਹੀਂ ਜਾਂਦਾ, ਮੰਦਰਾਂ ਦੇ ਵਿੱਚ ਤਾਂ ਰੋਟੀ ਮਿਲਦੀ ਨਹੀਂ, ਜਾਂ ਤਾਂ ਫਿਰ ਮੂਹਰੇ ਉੱਥੇ ਬਹਿ ਜਾਂਦੇ ਆ। ਗਰੀਬ ਗੁਰਬੇ ਇਕੱਠੇ ਹੋ ਕੇ ਉਹਨਾਂ ਦੇ ਵਿੱਚ ਬੈਠਾ ਹੁੰਦਾ, ਉੱਥੋਂ ਜਿਹੜੀ ਚੀਜ਼ ਉਹ ਕੋਈ ਭੰਡਾਰਾ ਹੁੰਦਾ ਮੰਦਰ ਦੇ ਵਿੱਚ, ਉੱਥੋਂ ਰੋਟੀ ਖਾ ਲੈਂਦਾ ਵਿਚਾਰਾ। ਸਾਡੀ ਹਾਲਤ ਇਹ ਹੋ ਗਈ, ਦਾਨ ਗੁਰਦੁਆਰੇ ਨੂੰ ਦਾਨ ਚਾਹੀਦਾ, ਮਾਂ ਬਾਪ ਨੂੰ ਦਾਨ ਨਹੀਂ ਚਾਹੀਦਾ। ਮਾਂ ਬਾਪ ਨੂੰ ਮਾਰੋ, ਧੱਕੇ ਕੱਢੋ ਬਾਹਰ ਇਹਨਾਂ ਨੂੰ, ਇਹ ਕੁਆੜ ਹੈ। ਜਦੋਂ ਵੀ ਕੋਈ ਗੱਲ ਕਰਨਗੇ ਕੁਆੜ ਹੈ। ਪੁਰਾਣੀ ਗੱਡੀ ਹੋ ਗਈ, ਇਹਨੂੰ ਬਾਹਰ ਕੱਢ ਦਿਓ ਘਰੋਂ। ਪੁਰਾਣੀਆਂ ਗੱਡੀਆਂ ਨੂੰ ਜਿਹੜੇ ਅੱਛੇ ਲੋਕ ਆ, ਪੁਰਾਣੀਆਂ ਜਿਹੜੇ ਜਿੰਨੇ ਮਾਡਲ ਆ ਗੱਡੀਆਂ, ਉਹਨਾਂ ਨੂੰ ਸਾਂਭ ਕੇ ਰੱਖਦੇ ਆ। ਸਾਡੇ ਇੱਥੇ ਸਾਂਭ ਸੰਭਾਈਆ ਤਾਂ ਖਤਮ ਹੀ ਹੋ ਗਿਆ। ਗੁਰਦੁਆਰੇ ਨੇ ਇੱਕ ਨਵਾਂ ਕੰਮ ਚਲਾ ਲਿਆ, ਉਹ ਉੱਥੇ ਆਪਣੇ ਇਹ ਬੁੱਢਿਆਂ ਦੇ ਰਹਿਣ ਵਾਸਤੇ ਆ। ਬੁੱਢੇ ਕੀ ਕਰਦੇ, ਬੁੱਢੇ ਤੋਂ ਜਿਹੜੀ ਜ਼ਮੀਨ ਉਹਨੂੰ ਹਿੱਸਾ ਆਉਂਦੀ ਆ ਉਹ ਲਿਖਾ ਲੈਂਦੇ ਆ, ਫਿਰ ਉਹਦੇ ਪੁੱਤਰਾਂ ਨੂੰ ਬਦਖਲ ਹੋ ਜਾਂਦਾ ਸਾਰਾ ਕੁਛ। ਬਾਬਾ ਆਨੰਦ ਸਿੰਘ ਜੀ ਮਹਾਰਾਜ ਕਹਿੰਦੇ ਸੀ ਵੀ ਜਿਹਦਾ ਮਾਂ ਪਿਓ ਘਰੇ ਆ, ਮੇਰੇ ਕੋਲ ਆਉਣ ਦੀ ਲੋੜ ਨਹੀਂ। ਬਾਬੇ ਆਨੰਦ ਸਿੰਘ ਦਾ ਉਪਦੇਸ਼ ਸੀ, ਜਿਸ ਇਸਤਰੀ ਦਾ ਪਤੀ ਘਰੇ ਹੈ ਉਹਨੂੰ ਮੇਰੇ ਕੋਲ ਆਉਣ ਦੀ ਲੋੜ ਨਹੀਂ ਹੈ। ਜਿਸ ਬੱਚਿਆਂ ਦਾ ਮਾਂ ਬਾਪ ਘਰ 'ਤੇ ਵਿੱਚ ਹੈ ਅਤੇ ਉਹਨੂੰ ਮੇਰੇ ਕੋਲ ਆਉਣ ਦੀ ਲੋੜ ਨਹੀਂ ਹੈ। ਮੇਰੇ ਕੋਲ ਆਉਣਾ ਗੁਰੂ ਨਾਨਕ ਦਾ ਨਾਮ ਲੈਣ ਵਾਸਤੇ ਆਓ। ਕਿਤਨਾ ਸਮਾਂ ਤੁਸੀਂ ਗੁਰੂ ਕੇ ਹਜ਼ੂਰ ਬੈਠ ਕੇ ਗੁਜ਼ਾਰਿਆ। ਸਾਡੇ ਤਾਂ ਇੱਥੇ ਪ੍ਰੋਗਰਾਮ ਹੀ ਇੱਦਾਂ ਦੇ ਚੱਲਦੇ ਆ, ਜਿਸ ਭਾਈ ਨੇ ਕੋਈ ਸੋਹਣੀ ਤਰਜ਼ 'ਤੇ ਗਾਣਾ ਦੂਜਾ ਸ਼ਬਦ ਗਾਤਾ ਅਤੇ ਉਹਨੂੰ ਕਹਿਣਗੇ ਜੀ ਆਹ ਰਾਗੀ ਹੋਈ ਹੈ, ਨਜ਼ਾਰਾ ਆ ਗਿਆ ਜਦੋਂ ਗਾਇਆ। ਅਤੇ ਜੇ ਕਿਸੇ ਨੇ ਸਾਦਾ ਜਿਹਾ ਗਾਤਾ ਫਿਰ ਉਹਨੂੰ ਕਹਿਣਗੇ ਲੋ ਇਹਨੂੰ ਤਾਂ ਆਉਂਦੇ ਕੱਖ ਨਹੀਂ ਸੀ। ਰਾਗਾਂ ਦੇ ਮਾਹਰ ਬਣ ਜਾਂਦੇ ਆ। ਜੇ ਕਿਸੇ ਗਾਇਕ ਨੇ ਕੋਈ ਸ਼ਬਦ ਗਾਤਾ ਤਾਂ ਉਹਨੂੰ ਵੀ ਬੁਰਾ ਜਿਹਾ ਝਾਕਣਗੇ ਉਹਦੇ ਵੱਲ ਵੀ ਇਹ ਤਾਂ ਐਵੇਂ ਹੀ ਹੈ। ਜਿਹਨੇ ਕੋਈ ਗਾਣਾ ਚੱਕ ਲੋ ਵਾਲਾ ਗਾਤਾ ਉਹਨੂੰ ਬਸ ਕਹਿਣਗੇ। ਹਰ ਇੱਕ ਬੰਦਾ ਪੈਸੇ ਦੀ ਦੌੜ ਵਿੱਚ ਲੱਗਾ ਹੋਇਆ ਹੈ। ਪਿੱਛੇ ਇੱਕ ਦੇ 100 ਦੇ ਲਏ ਤਰਲੇ, ਪੂਰੀ ਫੇਰ ਵੀ ਰੱਬ ਨਾ ਪਾਵਦਾ ਏ। ਕੋਈ ਪੁੱਤਰਾਂ ਦੇ ਹੱਥੋਂ ਤੰਗ ਹੋਇਆ, ਘਰ ਛੱਡ ਪਰਦੇਸ ਨੂੰ ਜਾਵਦਾ ਏ। ਕੋਈ ਗੰਗਾ ਜੀ 'ਤੇ ਚਲੇ ਜਾਂਦਾ, ਕੋਈ ਸ੍ਰੀ ਅੰਮ੍ਰਿਤਸਰ ਚਲੇ ਜਾਂਦਾ, ਕੋਈ ਸ੍ਰੀ ਹਜ਼ੂਰ ਸਾਹਿਬ ਚਲੇ ਜਾਂਦਾ। ਅਤੇ ਕਲਗੀਆਂ ਵਾਲਾ ਉੱਥੇ ਗਿਆ ਸੀ, ਚਲੋ ਉੱਥੇ ਹੀ ਚੱਲਦੇ ਹਾਂ। ਉੱਥੇ ਕਿਹੜਾ ਭਾਈ ਟਿਕਣ ਦਿੰਦੇ ਆ, ਉਹ ਵੀ ਕਹਿਣਗੇ ਆ ਜਾ ਇੱਧਰ ਝਾੜੂ ਫੜ, ਸੇਵਾ ਕਰ ਤਾਂ ਰੋਟੀ ਮਿਲੂਗੀ, ਬੈਠੇ ਬਿਠਾਏ ਤੈਨੂੰ ਰੋਟੀ ਨਹੀਂ। ਯਦੀ ਇਹ ਜਿਹੜੀਆਂ ਚੀਜ਼ਾਂ ਸਰਕਾਰ ਵੀ ਸੋਚਦੀ ਆ ਵੀ ਬੁਢਾਪਾ ਪੈਨਸ਼ਨ ਲਾ ਦਈਏ, ਚਲੋ ਆਪਦਾ ਕੋਈ ਗੁਜ਼ਾਰਾ ਕਰਨਗੇ, ਉਹ ਵੀ ਵਿੱਚ ਸਰਪੰਚ ਹੇਰ ਫੇਰੀ ਕਰ ਜਾਂਦੇ ਆ। ਉਹ ਆਪਦੇ ਜਿਹੜੇ ਹੁੰਦੇ ਸਹਿਚਾਰ ਵਾਲੇ ਉਹਨਾਂ ਦੀ ਲਵਾ ਜਾਂਦੇ, ਦੂਜਿਆਂ ਦੀ ਰਹਿ ਜਾਂਦੀ ਵਿਚਾਰਿਆਂ ਦੀ, ਕੋਈ ਪੁੱਛ ਗਿੱਛ ਨਹੀਂ ਹੈ। ਤਾਂ ਕੋਈ ਨੀਤੀ ਇੱਦਾਂ ਦੀ ਹੋਵੇ ਵੀ ਜਿਹੜੀ ਆਟੋਮੈਟਿਕ ਹੀ, ਜਿਹੜਾ 60 ਸਾਲ ਤੋਂ ਉੱਤੇ ਹੋ ਗਿਆ ਉਹਦੀ ਪੈਨਸ਼ਨ ਆਟੋਮੈਟਿਕ ਹੀ ਲੱਗ ਜੇ। ਉਮਰ ਦੇਖੋ, ਪੈਨਸ਼ਨ ਲਾ ਦਿਓ। ਇੱਥੇ ਸਰਪੰਚ ਦੀ ਤਾਇਦ ਕਰਾਓ, ਫਲਾਣੇ ਦੀ ਤਾਇਦ ਕਰਾਓ, ਫਲਾਣੇ ਦੀ ਤਾਇਦ ਕਰਾਓ,
फिर किते जाके किते कोई पास हुंदा तो पास हो के फिर 200-250 रुपया महीने का मिलदा। वो भी फिर सरपंच दी जाके पैंद बैठो, वो जो लिख के दूगा तो फिर पैसे मिलणगे तो नहीं मिलणगे। किसी के अकाउंट के कोई पैसा नहीं आता। नानक दुखिया सब संसार। सतगुरु फरमान करते हैं, गुरु साहिबान ने बाणी उचारण की, नानक दुखिया एक नहीं मरदाना। एक दिन कह लगा महाराज तुसीं कह तो दिंदे नानक दुखिया सब संसार, पर मैनूं लगता नहीं। सामने देखो। कहने लगे मरदाने की कहना सामने बैठे देख, दो बंदे तो वो पैर घुट रहे सेठ दे, दो बंदे वो बाहां घुट रहे हैं, एक बंदा वो सिर के उत्ते पक्खा करता। दसो इनू की तकलीफ है? तुसीं एवें हरेक नूं कह दिंदे भी हरेक दुखी है। कहते मरदाने तू जा ਉਹਦੇ ਕੋਲੇ। सेठ दे कोले गया मरदाना। मरदाना फिर कहंदा भी क्यों? उन्हें इशारा किया एकांत। ਜਿਹੜੇ ਐਲਕਾਰ ਸੀਗੇ ਉਹ ਪਾਸੇ ਹੋ ਗਏ। ਕਹਿੰਦਾ ਮੇਰੇ ਗੁਰੂ ਕਹਿੰਦਾ ਵੀ ਨਾਨਕ ਦੁਖੀਆ ਸਭ ਸੰਸਾਰ, ਕਿ ਕੀ ਤੂੰ ਵੀ ਦੁਖੀ ਆ? ਉਹ ਕਹਿੰਦਾ ਜਿੱਡਾ ਮੈਂ ਦੁਖੀ ਐਡਾ ਸੰਸਾਰ ਦੇ ਵਿੱਚ ਦੁਖੀ ਕੋਈ ਨਹੀਂ ਹੈ। ਉਹ ਕਹਿੰਦਾ ਕਿ ਤੈਨੂੰ ਕੀ ਤਕਲੀਫ ਹੈ? ਦੋ ਤੇਰੇ ਪੈਰ ਘੁੱਟੀ ਜਾਂਦੇ, ਦੋ ਤੇਰੇ ਮੋਢੇ ਘੁੱਟਦੇ, ਲੱਤਾਂ ਬਾਹਾਂ ਘੁੱਟਦੇ ਆ, ਅਤੇ ਇੱਕ ਤੇਰੇ ਸਿਰ ਦੇ ਉੱਤੇ ਪੱਖਾ ਕਰੀ ਜਾਂਦਾ, ਅਤੇ ਤੈਨੂੰ ਕੀ ਤਕਲੀਫ ਹੈ? ਉਹ ਕਹਿਣ ਲੱਗਾ ਜਿੱਡਾ ਮੈਂ ਦੁਖੀ ਐਡਾ ਕੋਈ ਵੀ ਨਹੀਂ ਦੁਖੀ। ਕਿ ਤੂੰ ਕਿਵੇਂ ਦੁਖੀ ਹੈ? कि मैं दुखी? तेन भेजा किने आ? कहने को सामने बैठा नानक निरंकारी। नानक तो ना हो गया, निरंकारी का की मतलब? और मैं इतने थोड़ी साखी रोकदा है। एक दिन सतगुरु कह लगे मरदाने नानक निरंकारी कित्थों बनिया? मरदाने नूं सोझी कित्थों होई? कह लगे मरदाने जब भैन नानकी कोले जा, कुछ पैसे लेके आ। कहना बाबा भी तू आप जागा? कहना मरदाने मैनूं मंगना नहीं आउंदा, तू मरासी है, तैनूं मंगण दी जाच है, तू मंग लेगा। मैं मंग नहीं सकता, रब मंगता नहीं ना है। दाता कदे मंगता देखिया? कई ऐसे मैं बिगड़े हुए साध देखे है जिन्हें भूतां प्रेतां वाले, उन्होंने गुरु नानक के गल दे विच भी पल्ले पवाते। पल्ले अज जिन्हों पल्लू कह दिंदे आपां, आप पा लैंदे ना गल दे विच। गुरु नानक के गल दे विच पल्लू पवाते। गुरु नानक मंगता है, मंगता पल्ला पाउंदा हुंदा। असीं अरदास करदे हां सतगुरु गुरु ग्रंथ साहिब के अगे गल दे विच पल्ला पा के करते हैं। पल्ले पाउण दा मतलब है उन्होंने फोटो ही इहो जिहे बनाते, गल दे विच पल्ला पाया गुरु नानक दे। गुरु नानक किहदे अगे अरदास करदा? गुरु नानक अगे तां साडे वर्गे बंदे जिहड़े हैगे वो अरदासां करते हैं। साधु संत महात्मा पीर पैगंबर औलीए जो भी अपने आप को खवाउण वाले सारे गुरु नानक के अगे अरदास करते हैं। मरदानिया तू जा यार, मेरे तो नहीं चाहना। मरदाना गया, जाके इधर उधर दियां गल्लां मारन लग गया। भैन नानकी कहंदी मरदानिया कोई काम है जिहड़ा तू इधर उधर दियां गल्लां करदा? नहीं भैन मैं किसी काम नहीं सी आया। फिर तू इधर उधर दियां गल्लां करदा, नानक कित्थे है? कहंदा वो तो बाहर बैठा। फिर हौली हौली कहन लगा भैन जी सानू पैसे चाहिए है। किस वास्ते? भैन असीं एक रवाब लियाउणा। रवाब लियाउण वास्ते सानू पैसे चाहिए है। तो फिर की करा करूँगी? मैं रवाब बजाया करूँगा तो तेरा वीर नानक गाया करूँगा। असीं निरंकार दे गुण गाया करांगे। अच्छा
ਮਰਦਾਨਿਆ ਇਹ ਤਾਂ ਮੇਰੇ ਵੀਰ ਨੇ ਪੈਸੇ ਹੀ ਮੰਗੇ, ਮੈਂ ਤਾਂ ਜ਼ਿੰਦਗੀ ਵਾਰ ਦੇਵਾਂ। ਇਹ ਤਾਂ ਪੈਸੇ ਹੀ ਮੰਗੇ ਆ, ਮੈਂ ਆਪਣੇ ਵੀਰ ਤੋਂ ਜ਼ਿੰਦਗੀ ਵਾਰ ਦੇਵਾਂ। ਅੱਛਾ, ਭੈਣ ਨਾਨਕੀ ਨੇ ਅੰਦਰੋਂ ਲਿਆ ਕੇ ਪੈਸੇ ਦਿੱਤੇ। ਮਰਦਾਨਾ ਪੈਸੇ ਲੈ ਕੇ ਆ ਗਿਆ। ਚੱਲ ਮਰਦਾਨੇ ਆਪਾਂ ਰਬਾਬ ਲੈਣ ਚੱਲੀਏ। ਚੱਲ ਬਾਬਾ। ਹੁਣ ਸ਼ਹਿਰ ਦੂਜੇ ਪਾਸੇ, ਜੰਗਲ ਇੱਕ ਪਾਸੇ। ਮਰਦਾਨਿਆ ਤੂੰ ਆ ਡੰਡੀ ਪੈ ਜਾ। ਕਿ ਫਿਰ ਉਹ ਇੱਥੇ ਚੋਰ ਡਾਕੂ ਟੱਕਰ ਕੇ ਮੇਰੇ ਤੋਂ ਪੈਸੇ ਖੋਲਣਗੇ। ਉਹ ਨਹੀਂ ਖੋਹਦੇ ਤੇ ਤੋਂ ਕੋਈ। ਉੱਥੇ ਇੱਕ ਰਬਾਬ ਲਈ ਬੈਠਾ। ਨਾ ਬਾਬਾ ਰਬਾਬ ਕਦੇ ਜੰਗਲਾਂ 'ਚ ਮਿਲਦੀ ਹੁੰਦੀ ਹੈ, ਤੂੰ ਵੀ ਪੁੱਠੇ ਕੰਮ ਕਰਾਉਣਾ ਮੇਰੇ ਤੋਂ। ਰਬਾਬ ਕੋਈ ਜੰਗਲਾਂ ਵਿੱਚ ਥੋੜ੍ਹੀ ਮਿਲਦੀ ਹੈ, ਰਬਾਬ ਤਾਂ ਸ਼ਹਿਰ 'ਚ ਮਿਲੂਗੀ। ਉਹ ਕਹਿਣ ਲੱਗਾ ਨਹੀਂ ਤੂੰ ਮਰਦਾਨਿਆ ਜਾ। ਮਰਦਾਨਾ ਫਿਰ 7 ਵਚਨ ਆਖ ਕੇ ਹੈ ਤੁਰ ਪਿਆ। ਤੁਰਿਆ ਤਾਂ ਅੱਗੇ ਇੱਕ ਬੰਦਾ ਰਬਾਬ ਲਈ ਬੈਠਾ। ਮਰਦਾਨਾ ਉਹਦੇ ਕੋਲੇ ਜਾ ਕੇ ਖੜ੍ਹ ਗਿਆ। ਕਿਉਂ ਬਈ? ਕਹਿਣ ਲੱਗਾ ਮੈਂ ਤੇਰੀ ਉਡੀਕ ਦੇ ਵਿੱਚ ਬਹੁਤ ਦੇਰ ਦਾ ਬੈਠਾ ਸੀ। ਮਰਦਾਨੇ ਨੇ ਪੈਸੇ ਫੜਾ ਦਿੱਤੇ ਤੇ ਉਹਨੇ ਰਬਾਬ ਫੜਾਤਾ। ਰਬਾਬ ਲੈ ਕੇ ਵਾਪਸ ਆ ਗਿਆ। ਇਹ ਬਾਬੇ ਨੂੰ ਕਿਵੇਂ ਪਤਾ ਲੱਗ ਗਿਆ ਵੀ ਇੱਧਰ ਕੋਈ ਰਬਾਬ ਲਈ ਬੈਠਾ? ਐਂ ਮਨ ਵਿੱਚ ਘਾੜਤਾਂ ਘਟਦਾ ਗੁਰੂ ਸਾਹਿਬਾਂ ਦੇ ਕੋਲੇ ਪਹੁੰਚ ਗਿਆ। ਆ ਕੇ ਕਹਿਣ ਲੱਗਿਆ ਜੀ ਮੈਂ ਰਬਾਬ ਲਿਆਇਆ। ਕਿ ਲਿਆਇਆ? ਦੇਖਣੀ ਆ, ਵਜਾ ਇਹਨੂੰ। ਕਹਿੰਦਾ ਬਾਬਾ ਤੂੰ ਬੋਲੇਗਾ ਤਾਂ ਫਿਰ ਹੀ ਬੁਲਾਊਂ। ਇਹਨੂੰ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਕਹਿਣ ਲੱਗੇ ਬੋਲ ਮਰਦਾਨਿਆ ਸਤ ਕਰਤਾਰ। ਪਰਮੇਸ਼ਰ ਦਾ ਨਾਮ ਜਦੋਂ ਮਿੱਠੀ ਆਵਾਜ਼ ਦੇ ਵਿੱਚ ਪੜ੍ਹਿਆ, ਬੋਲ ਮਰਦਾਨਿਆ ਸਤ ਕਰਤਾਰ। ਸਾਡੀ ਤਾਂ ਜ਼ੁਬਾਨ ਹੀ ਰੁੱਖੀ ਆ। ਤੇ ਮਰਦਾਨੇ ਨੂੰ ਕਹਿਣ ਲੱਗੇ ਤੂੰ ਰਬਾਬ ਵਜਾ। ਰਬਾਬ ਵਜਾਈ ਉਹਨੇ। ਸਤਿਗੁਰਾਂ ਨੇ ਫੇਰ ਪੜ੍ਹਿਆ, ਬੋਲ ਮਰਦਾਨਿਆ ਸਤ ਕਰਤਾਰ। ਕਹਿਣ ਲੱਗਾ ਬਾਬਾ ਤੂੰ ਕੁਛ ਹੋਰ ਬੋਲਦਾ, ਇਹ ਕੁਛ ਹੋਰ ਬੋਲਦੀ ਹੈ। ਕਿ ਕੀ ਬੋਲਦੀ ਹੈ? ਤੂੰ ਤਾਂ ਕਹਿੰਦਾ ਬੋਲ ਮਰਦਾਨਿਆ ਸਤ ਕਰਤਾਰ, ਅਤੇ ਇਹ ਕੁਛ ਹੋਰ ਬੋਲੀ ਜਾਂਦੀ ਹੈ। ਕਿ ਕੀ ਬੋਲਦੀ ਹੈ? ਜਦੋਂ ਇਹ ਜੋ ਬੋਲਦੀ ਤੂੰ ਬੋਲ। ਫਿਰ ਮਰਦਾਨੇ ਨੇ ਰਬਾਬ ਵਜਾਈ, ਧੰਨ ਗੁਰੂ ਨਾਨਕ ਤੂੰ ਹੀ ਨਿਰੰਕਾਰ। ਧੰਨ ਗੁਰੂ ਨਾਨਕ ਤੂੰ ਹੀ ਨਿਰੰਕਾਰ। ਕਹਿੰਦਾ ਬਾਬਾ ਇਹ ਤਾਂ ਰਬਾਬ ਜਿਹੜੀ ਆ, ਇਹ ਕਹਿਣ ਲੱਗੇ ਮਰਦਾਨਿਆ ਇਹ ਰਬਾਬ ਇੰਦਰਪੁਰੀ 'ਚੋਂ ਆਈ ਸੀ। ਗੰਧਰਵ ਸੀ ਉਹ, ਰਬਾਬ ਲੈ ਕੇ ਆਇਆ। ਕਹਿੰਦਾ ਉੱਥੇ ਵੀ ਤੇਰੇ ਗੁਣ ਗਾਏ ਜਾਂਦੇ ਆ। ਮਰਦਾਨੇ ਨੂੰ ਉਸ ਦਿਨ ਸੋਝੀ ਹੋਈ ਕਿ ਨਾਨਕ ਨਿਰੰਕਾਰੀ ਹੈ। ਇਹ ਨਿਰੰਕਾਰ ਹੈ। ਨਿਰੰਕਾਰ ਆਪ ਆਇਆ, ਦੁਨੀਆ ਨੂੰ ਸਮਝਾਉਣ ਵਾਸਤੇ ਆਇਆ। ਮਰਦਾਨਾ ਜਦੋਂ ਵਾਪਸ ਆਇਆ, ਮੈਂ ਦੱਸ ਰਿਹਾ ਸੀਗਾ ਵੀ ਉਹ ਸੇਠ ਕਹਿਣ ਲੱਗਾ ਵੀ ਤੈਨੂੰ ਕਿਹਨੇ ਦੱਸਿਆ, ਤੂੰ ਕਿਹਦਾ ਚੇਲਾ? ਕਹਿਣ ਲੱਗਾ ਉਹ ਸਾਹਮਣੇ ਬੈਠਾ ਨਾਨਕ ਨਿਰੰਕਾਰੀ। ਕਹਿੰਦਾ ਨਾਨਕ ਨਾਂ ਹੋ ਗਿਆ, ਨਿਰੰਕਾਰੀ ਕੌਣ? ਉਹ ਕਹਿੰਦਾ ਨਿਰੰਕਾਰ। ਮਰਦਾਨੇ ਨੂੰ ਸੋਝੀ ਉੱਥੋਂ ਆਈ ਹੋਈ ਸੀ। ਅੱਛਾ। ਕਹਿੰਦਾ ਮੇਰੇ ਜਿੰਨਾ ਦੁਖੀ ਕੋਈ ਨਹੀਂ ਹੈ। ਕਹਿਣ ਲੱਗੇ ਤੂੰ ਮੈਨੂੰ ਦੱਸਦਾ ਸਹੀ, ਮੈਂ ਜਾ ਕੇ ਆਪਣੇ ਗੁਰੂ ਨੂੰ ਦੱਸਾਂ। ਕਹਿੰਦਾ ਤੇਰੇ ਗੁਰੂ ਕੋਲ ਮੈਂ ਆਪ ਚੱਲਦਾ। ਜਾ ਕੇ ਮੱਥਾ ਟੇਕਿਆ, ਮੱਥਾ ਟੇਕ ਕੇ ਬੈਠ ਗਿਆ। ਕਹਿਣ ਲੱਗਾ ਪਰਮੇਸ਼ਰ ਸਰੂਪ ਮੈਂ ਬਹੁਤ ਦੁਖੀ ਹਾਂ। ਆਪਣੀ ਸਾਰੀ ਵਿਥਿਆ ਸੁਣਾਈ। ਮੇਰੇ ਘਰ ਵਾਲੀ ਇੱਕ ਦਿਨ ਬਿਮਾਰ ਹੋ ਗਈ, ਮਰਨ ਕਿਨਾਰੇ ਪਹੁੰਚ ਗਈ। ਮੈਂ ਰੋਣ ਲੱਗਾ। ਉਹ ਕਹਿੰਦੀ ਤੂੰ ਐਵੇਂ ਪਖੰਡ ਕਰਦਾ, ਮੈਂ ਮਰ ਗਈ ਤਾਂ ਤੂੰ ਹੋਰ ਵਿਆਹ ਕਰਾਵੇਂਗਾ। ਮੈਂ ਕਹਿੰਦਾ ਉਹਨੂੰ ਕਿਹਾ ਵੀ ਨਹੀਂ, ਮੈਂ ਤੇਰੇ ਨਾਲ ਹੀ ਮਰਨ ਨੂੰ ਤਿਆਰ ਹਾਂ। ਮੈਂ ਇਤਨਾ ਪਿਆਰ ਕਰਦਾ ਸੀ ਘਰ ਵਾਲੇ ਨੂੰ।
ਉਹ ਕਹਿੰਦੇ ਨਹੀਂ ਮੈਂ ਨਹੀਂ ਮੰਨ ਸਕਦੀ, ਇਹ ਬੰਦੇ ਐਵੇਂ ਝੂਠ ਹੀ ਬੋਲਦੇ ਹੁੰਦੇ ਆ। ਚਲੋ ਉਹ ਪਾਸੇ ਗਿਆ, ਉਹਨੇ ਆਪਣਾ ਲਿੰਕ ਕੱਟ ਲਿਆਂਦਾ। ਕਹਿੰਦਾ ਲੈ, ਉਹ ਜਿਸ ਦਿਨ ਉਹਦਾ ਲਿੰਕ ਕੱਟਿਆ ਉਹ ਠੀਕ ਹੋਣੀ ਸ਼ੁਰੂ ਹੋ ਗਈ, ਬਿਮਾਰੀ ਬਮੂਰੀਆਂ ਸਭ ਚੱਕੀਆਂ ਗਈਆਂ। ਕਹਿਣ ਲੱਗਾ ਜੀ ਉਸ ਦਿਨ ਤੋਂ ਬਾਅਦ ਹੁਣ ਜਦੋਂ ਮੇਰੇ ਅੱਖਾਂ ਦੇ ਸਾਹਮਣੇ ਨੌਕਰਾਂ ਨਾਲ ਗ੍ਰਿਸ਼ਤ ਕਰਦੀ ਹੈ ਤੇ ਮੇਰੇ ਤੋਂ ਜਰ ਨਹੀਂ ਹੁੰਦਾ, ਮੈਂ ਪੈਸੇ ਨੂੰ ਕੀ ਚੱਟਣਾ। ਜੇਕਰ ਇਸਤਰੀ ਆਗਿਆਕਾਰ ਨਹੀਂ ਹੈ ਤੇ ਇਹਦੇ ਨਾਲੋਂ ਵੱਡਾ ਦੁਖੀ ਹੋਰ ਕਿਹੜਾ ਹੋ ਸਕਦਾ ਹੈ। ਕਹਿੰਦਾ ਮਹਾਰਾਜ ਜੀ, ਫਿਰ ਮਹਾਰਾਜ ਜੀ ਨੇ ਕਿਹਾ ਵੀ ਤੂੰ ਆਪਣੇ ਘਰ ਵਾਲੇ ਨੂੰ ਨਾਲ ਲੈ ਕੇ ਆ। ਉਹਨੂੰ ਸਮਝਾਇਆ ਵੀ ਤੇਰੀ ਖਾਤਰ ਇਹਨੇ ਸਾਰਾ ਕੁਛ ਕੀਤਾ, ਤੂੰ ਵੀ ਇਹਦੀ ਖਾਤਰ ਕੁਛ ਕਰ। ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਉਸ ਬੀਬੀ ਨੂੰ ਬੜਾ ਸਮਝਾਇਆ। ਸਮਝਾਉਣ ਦੇ ਬਾਅਦ ਉਹ ਕਹਿਣ ਲੱਗੀ ਜੀ ਨਹੀਂ, ਅੱਜ ਤੋਂ ਬਾਅਦ ਗਲਤੀ ਨਹੀਂ ਕਰਾਂਗੀ। ਗੁਰੂ ਨਾਨਕ ਦੇ ਦਰਸ਼ਨ ਕਰਕੇ ਤੇ ਹੁਣ ਤਾਂ ਸਾਡੇ ਜੇ ਗੁਰੂ ਨਾਨਕ ਦੇ ਦਰਸ਼ਨ ਕਰਨੇ, ਕਹਿਣ ਲੱਗੇ ਲਾ ਉਹ ਤਾਂ ਐਵੇਂ ਫੋਟੋ ਜਿਹਾ ਲਾਈ ਬੈਠੇ ਆ। ਫੋਟੋ ਕੋਈ ਮਾੜੀ ਚੀਜ਼ ਨਹੀਂ ਹੈ। ਬੱਚਿਆਂ ਨੂੰ ਆਦਤ ਪਾਓ, ਬੱਚਿਆਂ ਨੂੰ ਆਦਤ ਪਾਓ। ਘਰ ਦੇ ਵਿੱਚ ਛੋਟੀ ਜਿਹੀ ਗੋਲਕ ਰੱਖੋ, ਗੁਰੂ ਨਾਨਕ ਸਾਹਿਬ ਦਾ ਸਰੂਪ ਹੋਵੇ, ਕਲਗੀਧਰ ਦਾ ਸਰੂਪ ਹੋਵੇ। ਉੱਥੇ ਇਹਨੂੰ ਕਹੇ ਵੀ ਭਾਵੇਂ 10 ਪੈਸੇ 5 ਪੈਸੇ ਹਰ ਰੋਜ਼ ਮੱਥਾ ਟੇਕੋ। ਬੱਚਿਆਂ ਨੂੰ ਆਦਤ ਪਵੇ। ਇਹ ਦਸਵੰਧ ਹੈ, ਦਸਵੰਧ ਫਿਰ ਗੁਰੂ ਲੇਖੇ ਲਾਓ। ਉੱਥੇ ਭਾਈਆਂ ਦੇ ਲੇਖੇ ਲਾਉਣੇ ਆ, ਇੱਥੇ ਗੁਰੂ ਨਾਨਕ ਦੇ ਲੇਖੇ ਲਾਓ। ਗੁਰੂ ਨਾਨਕ ਨੂੰ ਮੱਥਾ ਟੇਕੋ। ਮੁੜ ਕੇ ਤੁਹਾਡਾ ਜਿੱਥੇ ਦਿਲ ਕਰਦਾ ਉੱਥੇ ਲਾ ਦਿਓ। ਮੈਂ ਬੇਨਤੀ ਕਰ ਸੀ ਕਿ ਪੁੱਤਰਾਂ ਦੇ ਹੱਥੋਂ ਤੰਗ ਹੋਇਆ ਘਰ ਛੱਡ ਪਰਦੇਸ ਨੂੰ ਜਾਪਦਾ ਏ। ਕੋਈ ਇਸਤਰੀ ਦੇਖ ਬਦਕਾਰ ਰੱਖੀ, ਹੱਥੀ ਜ਼ਹਿਰ ਮਗਾਈ ਕੇ ਖਾਂਵਦਾ ਏ। ਕੋਈ ਨਿੰਦਿਆ ਨਹੀਂ ਸਹਾਰ ਸਕੇ, ਥੱਲੇ ਰੇਲ ਦੇ ਆ ਮਰ ਜਾਵਦਾ ਏ। ਨਿੰਦਿਆ ਹੁੰਦੀ ਹੋਵੇ ਫਿਰ ਕਹਿੰਦਾ ਕੀ ਕਰੀਏ। ਹੁਣ ਲੋਕਾਂ ਦੇ ਵਿੱਚ ਰਹਿ ਨਹੀਂ ਸਕਦੇ, ਇਹਦੇ ਨਾਲ ਤਾਂ ਰੇਲ ਗੱਡੀ ਥੱਲੇ ਆ ਕੇ ਮਰ ਜਾਈਏ ਉਹ ਠੀਕ ਹੈ। ਮਰ ਜਾਂਦਾ, ਆਪਣੇ ਸਰੀਰ ਦਾ ਤਿਆਗ ਕਰ ਦਿੰਦਾ, ਆਤਮਾ ਤਾਂ ਮਰਦੀ ਨਹੀਂ। ਮਹਾਰਾਜ ਫਰਮਾਨ ਕਰਦੇ ਅਗਿਆਨੀ ਪੁਰਸ਼ ਬੜਾ ਦੁਖੀ ਹੁੰਦਾ। ਜਿਸ ਬੰਦੇ ਨੂੰ ਕੋਈ ਗਿਆਨ ਨਹੀਂ ਹੈ, ਪਰਮੇਸ਼ਰ ਤਾਂ ਕਿਰਪਾ ਕਰਦਾ, ਗਿਆਨ ਦਿੰਦਾ। ਦੇਖੋ ਬੱਚੇ ਨੂੰ ਗਿਆਨ ਆਉਂਦਾ, ਪਹਿਲਾ ਗਿਆਨ ਪਹਿਲੇ ਪਿਆਰ ਲੱਗਾ ਥਣ ਦੁੱਧ। ਮਾਂ ਦੇ ਦੁੱਧ ਦੀ ਸੋਝੀ ਆਉਂਦੀ ਹੈ ਬੱਚੇ ਨੂੰ, ਗਿਆਨ ਆਉਂਦਾ। ਕੋਈ ਕੁਛ ਕਰੀ ਜਾਓ, ਉਹ ਝੱਟ ਮਾਂ ਦਾ ਦੁੱਧ ਫੜ ਕੇ ਚੁੰਘਣ ਲੱਗ ਪੈਂਦਾ। ਰੱਜ ਰੁੱਝ ਕੇ ਆਰਾਮ ਨਾਲ ਲਿਟ ਜਾਂਦਾ, ਸੌਂ ਜਾਂਦਾ। ਦੂਜਾ ਮਾਏ ਬਾਪ ਕੀ ਸੋਧੋ। ਦੂਸਰਾ ਗਿਆਨ ਜਦੋਂ ਮਿਲਦਾ ਉਹਨੂੰ, ਫਿਰ ਮਾਂ ਬਾਪ ਦਾ ਪਤਾ ਲੱਗਦਾ ਹੈ। ਕਿੰਨਾ ਵੀ ਰੋਂਦਾ ਹੋਵੇ, ਮਾਂ ਆ ਕੇ ਚੁੱਕ ਲਵੇ, ਬੱਚਾ ਰੋਣੋਂ ਬੰਦ ਹੋ ਜਾਂਦਾ ਹੈ। ਰੱਬ ਵੱਲੋਂ ਉਹਨੂੰ ਗਿਆਨ ਮਿਲਦਾ ਹੈ। ਰੱਬ ਕੋਈ ਲੋਕਾਂ ਦਾ ਦੋਖੀ ਨਹੀਂ ਹੈ ਜਾਂ ਤੁਹਾਡਾ ਦੋਖੀ ਨਹੀਂ ਹੈ। ਇਹ ਰੱਬ ਗਿਆਨ ਨਾ ਦੇਵੇ। ਮੈਂ ਸੋਚਦਾ ਸੀ ਇੱਕ ਦਿਨ ਬੈਠਾ ਮੈਂ ਕਿਹਾ ਜੇ ਰੱਬ ਪੇਟ ਦੇ ਵਿੱਚ ਹੀ ਮਾਰ ਦਿੰਦਾ ਫਿਰ ਆਪਾਂ ਹੀ ਕਰ ਲੈਂਦੇ। ਉੱਥੇ ਤੇਰੀ ਰਕਸ਼ਾ ਕਰਦਾ, ਸਾਰਾ ਕੁਛ ਕਰਦਾ, ਤੇਰੇ ਖਾਣ ਪੀਣ ਦਾ। ਤੁਲਸੀ ਦਾਤਾ ਏਕ ਹੈ ਜੇ ਕੋ ਧਾਰੇ ਧੀਰ। ਪਾਛੇ ਨਿਕਸਿਓ ਗਰਭ ਤੇ ਪ੍ਰਭੂ ਆਗੇ ਰਚਿਓ ਖੀਰ। ਬੰਦੇ ਨੂੰ ਭਰੋਸਾ ਨਹੀਂ ਹੈ। ਮਾਂ ਦੇ ਥਣਾਂ ਵਿੱਚ ਦੁੱਧ ਪਹਿਲਾਂ ਆ ਜਾਂਦਾ, ਬੱਚਾ ਮਗਰੋਂ ਜਨਮ ਲੈਂਦਾ। ਪਾਛੇ ਨਿਕਸਿਓ ਗਰਭ ਤੇ ਪ੍ਰਭੂ ਆਗੇ ਰਚਿਓ ਖੀਰ। ਅਜਗਰ ਕਰੇ ਨਾ ਚਾਕਰੀ, ਪੰਛੀ ਕਰੇ ਨਾ ਕਾਮ। ਅਜਗਰ ਸੱਪ ਇੰਨਾ ਭਾਰਾ ਹੁੰਦਾ, ਉਹ ਬੈਠਾ ਹੀ ਰਹਿੰਦਾ, ਹਿਲਦਾ ਨਹੀਂ। ਪੰਛੀਆਂ ਦੀ ਕਿਹੜੀ ਫੈਕਟਰੀਆਂ ਚੱਲਦੀਆਂ,
ਇਹ ਕਦੋਂ ਉੱਠ ਕੇ ਜਾਂਦੇ ਆ ਵੀ ਨਹਾ ਧੋ ਕੇ ਵੀ ਆਪਾਂ ਕੰਮ 'ਤੇ ਜਾਣਾ, ਜਾਂਦੇ ਆ। ਇਹਨਾਂ ਨੂੰ ਵੀ ਚੋਗਾ ਮਿਲਦਾ ਹੈ। ਸਤਿਪੁਰਸ਼ ਫਰਮਾਉਂਦੇ ਆ, ਅਜਗਰ ਕਰੇ ਨਾ ਚਾਕਰੀ। ਅਜਗਰ ਸੱਪ ਨੂੰ ਬੈਠੇ ਬਿਠਾਏ ਨੂੰ ਜੋ ਉਹਦੀ ਰੇਂਜ ਵਿੱਚ ਆ ਜਾਂਦਾ ਸਾਰਾ ਖਿੱਚਿਆ ਜਾਂਦਾ ਉਹਦੇ ਵੱਲ ਨੂੰ। ਉਹ ਖਾ ਕੇ ਆਪਣੀ ਪਿਆਸ ਬੁਝਾ ਲੈਂਦਾ, ਢਿੱਡ ਭਰ ਲੈਂਦਾ। ਪੰਛੀ ਕਰੇ ਨਾ ਕਾਮ, ਦਾਸ ਮਲੂਕਾ ਇਉਂ ਕਹੇ ਸਭ ਕੋ ਦਾਤਾ ਰਾਮ। ਇਹ ਤਾਂ ਪਰਮੇਸ਼ਰ ਦੀ ਲੀਲਾ। ਮੈਂ ਬੇਨਤੀ ਕਰ ਰਿਹਾ ਸੀ, ਪਰਮੇਸ਼ਰ ਕਿੱਡਾ ਦਇਆਬਾਨ ਹੈ, ਕਿਸ ਤਰ੍ਹਾਂ ਸੋਝੀ ਬਖਸ਼ਦਾ ਹੈ। ਪਹਿਲੇ ਪਿਆਰ ਲੱਗਾ ਥਣ ਦੋ, ਦੂਜੇ ਮਾਏ ਬਾਪ ਕੀ ਸੋਧੋ। ਮਾਂ ਬਾਪ ਦੀ ਸੋਝੀ ਆਉਂਦੀ ਹੈ। ਤੀਜੇ ਭਇਆ ਭਾਬੀ ਬੇਵ, ਫਿਰ ਭੈਣ ਭਰਾ ਦਾ ਪਤਾ ਲੱਗਦਾ ਬੱਚੇ ਨੂੰ ਵੀ ਮੇਰੀ ਭੈਣ ਹੈ, ਆ ਮੇਰਾ ਭਰਾ ਹੈ। ਉਹ ਖਿਡਾਉਂਦੇ ਆ ਨਾ, ਉਹਨਾਂ ਨਾਲ ਹੱਸਦਾ, ਕਦੇ ਕੁਛ ਕਰਦਾ, ਕਦੇ ਕੁਛ ਕਰਦਾ। ਉਹ ਫਿਰ ਆਪਦੀ ਬੱਚੇ ਆਪਦੀ ਮਾਂ ਨੂੰ ਆਵਾਜ਼ ਮਾਰ ਕੇ ਕਹਿੰਦੇ ਆ ਦੇਖ ਵੀ ਕਾਕਾ ਆਹ ਕਰਦਾ, ਕਾਕਾ ਆਹ ਕਰਦਾ। ਚੌਥਾ ਪਿਆਰ ਉਪੰਨੀ ਖੇਡ। ਚੌਥੀ ਅਵਸਥਾ ਦੇ ਵਿੱਚ ਫਿਰ ਇਹਨੂੰ ਥੋੜ੍ਹੇ ਮਾਂ ਬਾਪ ਲਿਆ ਕੇ ਕੋਈ ਛੁਣਛੁਣਾ ਜਾਂ ਹੋਰ ਕੋਈ ਚੀਜ਼ ਦਿੰਦੇ ਆ। ਫਿਰ ਜੇ ਰੋਂਦਾ ਹੋਵੇ ਤਾਂ ਫਿਰ ਉਹ ਛੁਣਛੁਣਾ ਵਜਾਉਣ ਲੱਗ ਪੈਂਦੇ ਆ। ਉਹ ਸੁਣ ਕੇ ਫਿਰ ਸੰਗੀਤ ਨੂੰ ਖੁਸ਼ ਹੁੰਦਾ ਹੈ। ਖੁਸ਼ ਹੋ ਕੇ ਫਿਰ ਮਾਂ ਦਾ ਦੁੱਧ ਚੁੰਘਦਾ, ਦੁੱਧ ਚੁੰਘ ਕੇ ਫਿਰ ਸੌਂ ਜਾਂਦਾ। ਪੰਜਵੇਂ ਖਾਣ ਪੀਣ ਕੀ ਧਾਰ। ਪੰਜਵੀਂ ਅਵਸਥਾ ਦੇ ਵਿੱਚ ਫਿਰ ਇਹਨੂੰ ਖਾਣ ਪੀਣ ਦੀ ਸੋਝੀ ਆਉਂਦੀ ਹੈ। ਇਹ ਕਦੇ ਦੁੱਧ ਪੀ ਲਿਆ, ਕਦੇ ਦਹੀਂ ਖਾ ਲਿਆ, ਕਦੇ ਕੁਛ ਖਾ ਲਿਆ, ਕਦੇ ਮੱਖਣ ਖਾ ਲਿਆ। ਇਹਨੂੰ ਕੋਈ ਇੱਦਾਂ ਨਹੀਂ ਵੀ ਠੰਡੇ ਦੇ ਉੱਤੋਂ ਦੀ ਤੱਤਾ ਪੀਣਾ ਜਾਂ ਤੱਤੇ ਦੇ ਉੱਤੋਂ ਦੀ ਠੰਡਾ ਪੀਣਾ, ਇਹ ਨਹੀਂ ਆਪਦੇ ਕਰਦਾ ਇਹ। ਛੇਵੇਂ ਕਾਮ ਨਾ ਪੁੱਛੇ ਜਾਤ। ਛੇਵੀਂ ਅਵਸਥਾ ਦੇ ਵਿੱਚ ਇਹਨੂੰ ਫਿਰ ਸੋਝੀ ਜਿਹਦੀਆਂ ਆਪਾਂ ਕਹਿ ਦਿੰਦੇ ਹਾਂ 10 ਬਾਲਤਣ 20 ਰਵਣ 30 ਕਾ ਸੁੰਦਰ ਕਹਾਵੈ। 12 ਵਰਸ ਬਾਲਪਨ ਬੀਤੇ, 20 ਵਰਸ ਕਿਛ ਤਪ ਨਾ ਕੀਓ, 30 ਵਰਸ਼ ਕਛ ਦੇਵ ਨਾ ਪੂਜਾ, ਫਿਰ ਪਛਤਾਨਾ ਬਿਰਧ ਪਇਓ। ਮੇਰੀ ਮੇਰੀ ਕਰਤੇ ਜਨਮ ਦਿਓ, ਜੀਵਨ ਸਾਰਾ ਬੇਅਰਥ। ਮੇਰੇ ਵਿੱਚ ਮੇਰੇ ਖੇਤ, ਮੇਰੇ ਬੱਚੇ, ਮੇਰਾ ਕਾਰੋਬਾਰ, ਮੇਰਾ ਆਏ, ਮੇਰਾ ਮੈਂ ਕਰਦਾ ਹੀ ਬੱਕਰੀ ਵਾਂਗੂ ਤੁਰ ਜਾਂਦਾ। ਬੱਕਰੀ ਦੇ ਆਖਰ ਨੂੰ ਗਲ ਦੇ ਉੱਤੇ ਚੱਲਦਾ ਫਿਰ ਆਰਾ। ਮੈਂ ਜੋ ਕਰਦੀ ਆ। ਇਸੇ ਤਰ੍ਹਾਂ ਬੰਦਾ ਵੀ ਮੈਂ ਕਰਦਾ ਤੇ ਫਿਰ ਗਲ ਦੇ ਉੱਤੇ ਚੱਲਦਾ ਆਰਾ। ਅਵਸਥਾ 12 ਸਾਲ ਤੱਕ ਬੱਚੇ ਦੀ ਅਵਸਥਾ ਬਚਪਨ ਗਿਣੀ ਗਈ ਹੈ। 12 ਤੋਂ 20 ਇਹਨੂੰ ਕੁਮਾਰ ਅਵਸਥਾ ਕਹਿੰਦੇ। ਇਹਨੂੰ ਕੋਈ ਪਤਾ ਨਹੀਂ ਹੈ। ਹਨੇਰੀਆਂ ਬੜੀਆਂ ਆਉਂਦੀਆਂ ਇਹਨੂੰ, ਜਿੱਧਰ ਇੱਦਾਂ ਦੇਖੋ। ਉਹ ਜਿਸ ਤਰ੍ਹਾਂ ਘੋੜਿਆਂ ਦੇ ਤਵੇਲੇ ਦੇ ਵਿੱਚ ਲੈ ਜਾਓ ਕਿਸੇ ਘੋੜੀ ਨੂੰ, ਉਹ ਸਾਰੇ ਘੋੜੇ ਹਣਕਣਗੇ। ਕਿਸੇ ਦੀ ਮਾਂ, ਕਿਸੇ ਦੀ ਭੈਣ, ਕਿਸੇ ਦੀ ਕੁਛ ਹੈ, ਕਿਸੇ ਦੀ ਕੁਛ ਹੈ। ਉਹਨਾਂ ਨੂੰ ਕੋਈ ਸੋਝੀ ਨਹੀਂ ਹੈ। ਇਹੀ ਅਵਸਥਾ 12 ਸਾਲ ਤੋਂ ਲੈ ਕੇ 20 ਸਾਲ ਤੱਕ ਗੁਰੂ ਸਾਹਿਬਾਂ ਨੇ ਵਰਣਨ ਕੀਤੀ ਹੈ। ਹਾਂ, ਮੈਂ ਬੇਨਤੀ ਕਿ ਛੇਵੇਂ ਕਾਮ ਨਾ ਪੁੱਛਿਆ ਜਾਤ। ਮਾਂ ਬਾਪ ਫਿਰ ਨੌਜਵਾਨ ਦੇਖ ਕੇ ਫਿਰ ਇਹਦਾ ਵਿਆਹ ਕਰ ਦਿੰਦੇ। ਸੱਤਵੇਂ ਸੰਝ ਕੀਆ ਘਰ ਵਾਸ। 7ਵੀਂ ਅਵਸਥਾ ਦੇ ਵਿੱਚ ਜਦੋਂ ਇਹਨੂੰ ਸੋਝੀ ਆਉਂਦੀ ਹੈ, ਫਿਰ ਮਾਂ ਬਾਪ ਇਹਦਾ ਵਿਆਹ ਕਰ ਦਿੰਦੇ ਆ। ਵਿਆਹ ਹੋ ਗਿਆ, ਫਿਰ ਤੀਵੀਂ ਮਰਦ ਆਪਸ ਵਿੱਚ ਲੜਦੇ ਆ। ਇਹ ਆਪਸ ਵਿੱਚ ਲੜ ਕੇ ਫਿਰ ਇੱਕ ਦੂਜੇ ਨੂੰ ਮਿਹਣੇ ਦਿੰਦੇ ਆ। ਇੱਕ ਦੂਸਰੇ ਨੂੰ ਮਿਹਣੇ ਦਿੰਦੇ ਆ। ਉਹ ਲੜਕੀ ਤਾਂ ਕਹਿੰਦੀ ਮੈਂ ਤੇਰੇ ਨਾਲ ਵਿਆਹ ਕਰਾ ਕੇ ਪਛਤਾਉਣੀ ਆ, ਅਤੇ ਬੰਦਾ ਕਹਿੰਦਾ ਮੈਂ ਤੇਰੇ ਨਾਲ ਵਿਆਹ ਕਰਾ ਕੇ ਪਛਤਾਉਣਾ। ਅੜਫਸ ਦੇ ਵਿੱਚ ਹੀ ਜ਼ਿੰਦਗੀ ਟਾਈਮ ਆਪਦਾ ਲੰਘਦਾ। ਉਹ ਕਹਿੰਦੀ ਤੂੰ ਮੇਰੇ ਮੱਥੇ ਨਾ ਲੱਗੀ, ਅਤੇ ਉਹ ਕਹਿੰਦਾ ਤੂੰ ਨਾ ਮੇਰੇ ਮੱਥੇ ਲੱਗੀ। ਕਿੱਥੇ ਪਿਆਰ ਸੀ, ਕਿੱਥੇ ਨਫ਼ਰਤ ਹੋ ਗਈ। 7ਵਾਂ ਸੰਝ ਕੀਆ ਘਰ ਵਾਸ। ਘਰ ਵਾਰੀ ਬਣ ਗਿਆ। 8ਵਾਂ ਕ੍ਰੋਧ ਹੋਆ ਤਨ ਨਾਸ। ਆਪਣੇ ਸਰੀਰ ਦਾ ਨਾਸ਼ ਕਰਦਾ ਕ੍ਰੋਧੀ ਬਣ ਕੇ। 8ਵੀਂ ਅਵਸਥਾ ਦੇ ਵਿੱਚ 8ਵੀਂ ਸੋਝੀ ਜਿਹੜੀ ਆਉਂਦੀ ਹੈ, ਆਪਣੇ ਸਰੀਰ ਦਾ ਨਾਸ਼ ਕਰਦਾ ਹੈ।
ਪਿੱਟਦਾ, ਦੁਹਾਈਆਂ ਪਾਉਂਦਾ। ਬਾਹਰ ਕੰਮ ਨਹੀਂ ਮਿਲਿਆ, ਮੈਂ ਤਾਂ ਤੈਨੂੰ ਕਿੱਥੋਂ ਲਿਆ ਕੇ ਦੇ ਦੇਵਾਂ। ਉਹ ਕਹਿੰਦੀ ਮੈਂ ਘਰੇ ਹੁਣ ਬੈਠੀ ਕੀ ਕਰਾਂ, ਘਰੇ ਆਟਾ ਦਾਣਾ ਹੈ ਨਹੀਂ, ਕੋਈ ਚੀਜ਼ ਨਹੀਂ ਹੈ। ਫਿਰ ਇਹ ਨਸ਼ਿਆਂ ਦੇ ਦੌਰ ਵੱਲ ਚੱਲਦਾ। ਗਮ ਬੁਲਹਾਨੇ ਕੇ लिए ਮੈਂ तो ਪੀਏ ਜਾਊਂਗਾ। ਫਿਰ ਕਹਿੰਦਾ ਮੈਂ ਗਮ ਨੂੰ ਭੁਲਾਉਣ ਦੀ ਖਾਤਰ ਸ਼ਰਾਬ ਪੀਣੀ ਸ਼ੁਰੂ ਕਰਤੀ। 8ਵੇਂ ਕ੍ਰੋਧ ਹੋਆ ਤਨ ਨਾਸ, 9ਵੇਂ ਧੌਲੇ ਉੱਭੇ ਸਾਹ। 9ਵੀਂ ਅਵਸਥਾ ਦੇ ਵਿੱਚ ਧੌਲੇ ਆ ਜਾਂਦੇ ਆ, ਖੇਤੀ ਪੱਕਣੀ ਸ਼ੁਰੂ ਹੋ ਜਾਂਦੀ ਹੈ। 10ਵੇਂ ਦੱਦਾ ਹੋਆ ਸੁਆਹ, ਅਤੇ ਫਿਰ ਬੰਦਾ ਮਰ ਜਾਂਦਾ। ਫਿਰ ਉਹਦੀ ਅਵਸਥਾ ਜਿਹੜੀ ਆਪਣੀ ਸੁਆਹ ਬਣ ਜਾਂਦੀ ਆ। ਸਰੀਰ ਸਿਵਿਆਂ ਦੇ ਵਿੱਚ ਲੈ ਜਾਂਦੇ ਮੁੱਠੀ ਪਰ ਉਹ ਸੁਆਹ ਜੀ ਬਣ ਜਾਂਦੀ ਹੈ। ਮਗਰ ਫਿਰ ਫੁੱਲ ਚੁਗਦੇ ਆ, ਕੋਈ ਕੁਛ ਕਰਦਾ, ਕੋਈ ਕੁਛ ਕਰਦਾ। ਫਿਰ ਸਾਡੇ ਆ ਜਾਂਦੇ ਆ ਡੇਰੇ ਵਾਲੇ ਸੰਤਾਂ ਦੇ ਟਿਕਟ, ਮਾਈ ਟਿਕਟ ਕਿਹੜਾ ਲੈਣਾ ਬੋਲ। ਫਿਰ ਉਹ ਟਿਕਟ ਦਿੰਦੇ ਆ ਵੀ ਜੇ ਤਾਂ ਲੈਣਾ ਤੂੰ ਫਸਟ ਕਲਾਸ ਤਾਂ ਦੱਸ। ਇੱਕ ਮਾਤਾ ਸੀਗੀ, ਇੱਕ ਬੁੜੀ, ਉਹਨਾਂ ਦੀ ਦਾਦੀ ਸੀਗੀ, ਉਹ ਪੋਤਨੋਂ ਸੀਗੀ, ਉਹਨੂੰ ਸਾਂਭਦੀ ਉਹ ਵੀ ਬੁੱਢੀ ਹੋ ਗਈ। ਉਹ ਉੱਥੇ ਚਲੋ ਹੋ ਗਿਆ। ਉਹਨੂੰ ਬਜ਼ੁਰਗ ਨੂੰ, ਮਾਈ ਨੂੰ ਚੱਕਣਾ, ਇੱਕ ਸਰੀਰ ਦੀ ਭਾਰੀ, ਇੱਕ ਉਹਦਾ ਟੱਟੀ ਪਿਸ਼ਾਬੀ ਉੱਤੇ ਹੀ ਜਦ ਸਾਰਾ ਕੁਛ ਸੀਗਾ। ਉਹ ਬੜੀ ਦੁਖੀ। ਉਹ ਚਲੀ ਗਈ ਇੱਕ ਸੰਤ ਦੇ ਡੇਰੇ। ਚਲ ਮੈਂ ਸੰਤ ਦਾ ਨਾਂ ਨਹੀਂ ਲੈਂਦਾ। ਫਿਰ ਕਈ ਵਾਰੀ ਇਹ ਡੇਰੇ ਵਾਲੇ ਬੜੇ ਫਿਰ ਟੱਪਦੇ ਆ। ਉਹ ਕਹਿੰਦੇ ਮਾਈ ਵੀ ਟਿਕਟ ਕਿਹੜਾ ਲੈਣਾ ਬੋਲ, ਇਹਦਾ ਪਾਰ ਉਤਾਰਾ ਕਰ ਦਿੰਦੇ ਆ। ਉਹ ਚਲੋ ਜਦੋਂ ਸਮਾਂ ਭੋਗ ਕੇ ਉਹ ਮਰ ਗਈ। ਮਰ ਕੇ ਤੇ ਕਹਿੰਦੇ ਵੀ ਤੂੰ ਅਖੰਡ ਪਾਠ ਕਰਾ, ਪਾਠੀ ਸਾਡੇ ਆਉਣਗੇ। ਪਾਠੀ ਆ ਗਏ, ਰਾਗੀ ਵੀ ਸਾਡੇ ਆਉਣਗੇ ਭੋਗ 'ਤੇ। ਇਹਦਾ ਚੰਗਾ ਤੂੰ ਕਰੀ ਮਰਨਾ। ਉਹ ਤਾਂ ਚੰਗਾ ਮਰਨਾ, ਚਲੋ ਜਲੇਬੀਆਂ ਜਲੂਬੀਆਂ ਹੁੰਦੀਆਂ ਬਜ਼ੁਰਗ ਦੇ ਮਰੇ 'ਤੇ ਕਰਦੇ ਤੇ ਕਰ ਦਿੱਤਾ। ਕਰਨ ਤੋਂ ਬਾਅਦ ਉਹਨਾਂ ਦੇ ਜਿਹੜੇ ਰਾਗੀ ਸੀ ਸੰਤਾਂ ਦੇ ਡੇਰੇ ਵਾਲਿਆਂ ਦੇ, ਉਹ ਫਿਰ ਲੱਗ ਗਏ ਉਸਤਤ ਕਰਨ। ਅਤੇ ਵੀ ਇਹ ਉਮਰ ਭੋਗ ਕੇ ਜਾਂਦੀ, ਇੱਦਾਂ ਹੋਈ, ਇੱਦਾਂ ਹੋਈ, ਇੱਦਾਂ ਹੋਈ। ਉਹ ਮਾਈ ਵੀ ਵਿੱਚ ਬੈਠੀ, ਉਹਦੀ ਪੋਤ ਨੂੰ ਸੀ ਵਿਚਾਰੀ, ਉਹ ਬੁੱਢੀ। ਅਤੇ ਉਹ ਉੱਧਰ ਪੜ੍ਹਨ ਬੜੀ ਉਸਤਤ ਕਰਨ। ਇਹਦੇ ਮਾਤਾ ਆਏ ਆ, ਕਹਿੰਦੀ 10 ਸਾਲ ਗਾਂਦੇ ਦਾ ਮੈਂ ਚੱਕਿਆ, ਇਹ ਹੁਣ ਬੈਠੇ ਉਸਤਤ ਕਰਦੇ ਆ ਬਾਜਿਆਂ 'ਤੇ। ਭਾਈ ਵੀ ਫਿਰ ਤਾਂ ਉਤਾਵਲੇ ਹੋ ਜਾਂਦੇ ਨੇ। 100 ਖੰਡ ਰੁਪਈਆ ਆ ਜਾਵੇ ਤਾਂ ਫਿਰ ਉਹਦਾ ਨਾਂ ਬੜੇ ਪਿਆਰ ਨਾਲ ਪਿੱਛੇ ਦਾਦੇ ਪੜਦਾਦੇ ਤੋਂ ਲੈ ਕੇ ਬੜੇ ਦਾਨੀ ਆ, ਫਲਾਨਾ ਢੀਂਗਾ ਕਰ ਦਿੰਦੇ ਆ। ਉਹ ਜਦੋਂ ਹੋਇਆ ਅਤੇ ਉਹ ਕਹਿੰਦੇ ਫਿਰ ਪੜ੍ਹਨ ਲੱਗ ਗਏ। ਮਾਤਾ ਸ਼ਾਮ ਕੌਰ ਜੀ ਤੇਰੀ ਜੈ ਹੋਵੇ, ਮਾਤਾ ਸ਼ਾਮ ਕੌਰ ਜੀ ਤੇਰੀ ਜੈ ਹੋਵੇ। ਮੈਂ ਵੀ ਕੰਨ ਲਾ ਕੇ ਸੁਣਿਆ। ਮੈਂ ਕਿਹਾ ਯਾਰ ਵੀ ਆਹ ਜੈ ਜੈਕਾਰ ਜੀ ਕਿਹਦੀ ਕਰਦੇ ਆ ਗੁਰਦੁਆਰੇ ਇਹ। ਜਦੋਂ ਮੈਂ ਸੁਣਿਆ ਮੈਨੂੰ ਕਹਿੰਦੀ ਇਹ ਨਾਨਸਰੋਂ ਰਾਗੀ ਆਏ ਸੀਗੇ, ਉਹ ਪੜ੍ਹਦੇ ਆ ਸ਼ਬਦ। ਉਹ ਮਾਈ ਕਹਿੰਦੀ ਮੇਰਾ ਦਿਲ ਕਰੇ ਮੈਂ ਇੱਟ ਲਿਆ ਕੇ ਰਾਗੀਆਂ ਦੇ ਮੱਥੇ 'ਚ ਮਾਰਾਂ। ਵੀ ਤੁਸੀਂ ਰੱਬ ਦੀ ਉਸਤਤ ਵਾਸਤੇ ਤੁਹਾਨੂੰ ਬਾਜੇ ਢੋਲਕੀਆਂ ਦਿੱਤੇ ਆ, ਬੰਦੇ ਦੀ ਉਸਤਤ ਵਾਸਤੇ ਥੋੜ੍ਹੀ ਦਿੱਤੇ ਆ। ਅਤੇ ਤੁਸੀਂ ਰੱਬ ਦੀ ਉਸਤਤ ਕਰੋ। ਇਹਨੂੰ 10-15 ਸਾਲ ਇਹਦਾ ਮੰਜੇ 'ਤੇ ਪਈ ਦਾ ਸਾਰਾ ਕੁਛ ਮੈਂ ਕਿਰਿਆ ਕਰਮ ਕਰਦੀ ਰਹੀ ਹੈਂ। ਅਤੇ ਹੁਣ ਇਹ ਮਾਤਾ ਸ਼ਾਮ ਕੌਰ ਬਣ ਗਈ। ਚੰਗੇ ਰਿਸ਼ਤੇਦਾਰ ਆਏ ਆ, ਚੰਗੇ ਉਹ 100 ਰੁਪਈਆ ਸਾਰੇ ਵਾਜੇ 'ਤੇ ਮੱਥਾ ਟੇਕੀ ਜਾਣ। ਆਹ ਤਾਂ ਸਾਡੇ ਧਰਮ ਦੀ ਹਾਲਤ ਹੈ। ਧਰਮ ਪੰਖ ਕਰ ਉੱਡ ਰਿਹਾ। ਇਹ ਧਰਮ ਜਿਹੜਾ ਖੰਭ ਲਾ ਕੇ ਉੱਡਦਾ ਜਾ ਰਿਹਾ ਹੈ। ਸੱਚਾਈ ਰਹੀ ਨਹੀਂ, ਸੱਚਾਈ ਤੋਂ ਦੂਰ ਹੋ ਗਏ ਲੋਕ। ਸੱਚ ਕਿਨਾਰੇ ਰਹਿ ਗਿਆ, ਕੂੜ ਫਿਰੈ ਪ੍ਰਧਾਨ ਵੇਲਾ ਲਾਲੋ। ਸੱਚ ਤਾਂ ਨੰਗਾ ਹੋਇਆ ਤੁਰਿਆ ਫਿਰਦਾ, ਕਦੇ ਕੋਈ ਕੱਪੜੇ ਪਾਉਂਦਾ, ਕਦੇ ਕੋਈ ਕੱਪੜੇ ਪਾਉਂਦਾ। ਸੱਚ ਦੇ ਬਸਤਰ ਝੂਠ ਪਾਈ ਫਿਰਦਾ। ਹਰ ਇੱਕ ਬੰਦਾ ਹੀ ਡੂੜ ਜੰਮਿਆ। ਆਹ ਬੰਦਾ ਪੂਰਾ
ਦੂਸਰੇ ਨੂੰ ਅੱਧਾ ਸਮਝੂ ਵੀ ਇਹਨੂੰ ਕੀ ਆਉਂਦਾ, ਇਹਨੂੰ ਕੀ ਸੋਝੀ ਆ। ਆਹ ਸਾਡੇ ਘਰ ਕਿੱਥੇ ਆ। ਅਸੀਂ ਇਹ ਲੋਕ ਮੈਂ ਬੇਨਤੀ ਕਰ ਰਿਹਾ ਸੀ, ਮੇਰੇ ਮਾਲਕ ਦਾ ਹੁਕਮ ਹੈ, ਗੁਰੂ ਨਾਨਕ ਦਾ ਹੁਕਮ ਹੈ, ਨਾਨਕ ਦੁਖੀਆ ਸਭ ਸੰਸਾਰ ਸੋ ਸੁਖੀਆ। ਜਿਸ ਨਾਮ ਆਧਾਰ ਪਰਮੇਸ਼ਰ ਦੇ ਨਾਮ ਨਾਲ ਹੀ, ਪਰਮੇਸ਼ਰ ਦੇ ਨਾਮ ਤੋਂ ਬਗੈਰ ਸੁੱਖ ਪ੍ਰਾਪਤ ਨਹੀਂ ਹੋ ਸਕਦਾ। ਜਿਸ ਤਰ੍ਹਾਂ ਪੈਸੇ ਨਾਲ ਹਰ ਚੀਜ਼ ਖਰੀਦੀ ਜਾ ਸਕਦੀ, ਨਾਮ ਦੇ ਵੱਟੇ ਵੀ ਹਰ ਚੀਜ਼ ਹਰ ਵਸਤੂ ਉਸਤਤ ਕਰਾਉਣੀ ਆ ਤਾਂ ਵੀ ਤੁਸੀਂ ਪਰਮੇਸ਼ਰ ਦਾ ਨਾਮ ਜਪੋ, ਮਾਇਆਧਾਰੀ ਬਣਨਾ ਤਾਂ ਵੀ ਪਰਮੇਸ਼ਰ ਦਾ ਨਾਮ ਜਪੋ। ਮੈਂ ਇੱਥੇ ਕਈ ਵਾਰੀ ਗੁਰੂ ਗ੍ਰੰਥ ਸਾਹਿਬ ਦੀ ਪੁੱਛ ਦਿੰਦਾ ਹੁੰਦਾ। ਗੁਰੂ ਗ੍ਰੰਥ ਸਾਹਿਬ ਦੀ ਪੁੱਛ ਕੀ ਹੈ? ਜਾ ਕੋ ਮੁਸ਼ਕਿਲ ਅਤ ਬਣੇ, ਢੋਈ ਕੋਏ ਨਾ ਦੇ, ਲਾਗੂ ਹੋਏ ਦੁਸ਼ਮਨਾ ਸਾਕ ਪੈ ਭੱਜ ਖਲੇ, ਸਭੋ ਭੱਜੇ ਆਸਰਾ ਚੁੱਕੈ ਸਭ ਅਸਰਾਓ, ਚਿਤ ਆਵੈ ਉਸ ਪਾਰ ਬ੍ਰਹਮ ਲਗੇ ਨਾ ਤੱਤੀ ਪਾਓ। ਪਰਮੇਸ਼ਰ ਦਾ ਨਾਮ ਤੁਹਾਡੇ ਦੁਸ਼ਮਣ ਵੱਧ ਜਾਣ, ਰਿਸ਼ਤੇਦਾਰ ਵੀ ਸੱਜਣ ਮਿੱਤਰ ਛੱਡ ਜਾਣ, ਤਾਂ ਵੀ ਪਰਮੇਸ਼ਰ ਦਾ ਨਾਮ ਜਪੋ, ਦੁਸ਼ਮਣ ਮਿੱਤਰ ਬਣ ਜਾਣਗੇ। ਦੂਸਰੀ ਪੁੱਛ ਕਿਹੜੀ ਆ? ਦੂਸਰੀ ਪੁੱਛ ਇਹ ਹੈ, ਸਾਹਿਬ ਨਤਾਣਿਆ ਕਾ ਤਾਣ, ਆਏ ਨਾ ਜਾਈ ਸਿਰ ਸਦਾ, ਗੁਰ ਸ਼ਬਦੀ ਸੱਚ ਜਾਣ। ਜੇ ਕੋ ਹੋਵੇ ਦੁਬਲਾ ਨੰਗ ਭੁਖੀ ਪੀਰ, ਦਮੜਾ ਪੱਲੇ ਨਾ ਪਵੈ ਨਾ ਕੋ ਦੇਵੈ ਧੀਰ, ਸਵਾਰਥ ਸੁਆਉ ਨਾ ਕੋ ਕਰੇ ਨਾ ਕਿਛ ਹੋਵੇ ਕਾਜ, ਚਿਤ ਆਵੈ ਉਸ ਪਾਰ ਬ੍ਰਹਮ ਤਾਂ ਨਿਹਚਲ ਹੋਵੇ ਰਾਜ। ਮਾਇਆ ਦੀ ਥੋੜਾ ਜਾਵੇ, ਰਿਸ਼ਤੇਦਾਰ ਵੀ ਸੱਜਣ ਮਿੱਤਰ ਮੰਗੇ ਕੋਈ ਉਧਾਰਾ ਨਾ ਦੇਵੇ, ਸਾਰੇ ਸਾਥ ਛੱਡ ਜਾਣ, ਉਹ ਪਰਮੇਸ਼ਰ ਦੇ ਨਾਮ ਦੀ ਆਪਣੀ ਜ਼ੁਬਾਨ 'ਤੇ ਲਿਖ ਲਓ। ਵਾਹਿਗੁਰੂ ਦਾ ਨਾਮ, ਗੁਰੂ ਨਾਨਕ ਦਾ ਨਾਮ, ਰਾਮ ਦਾ ਨਾਮ, ਕ੍ਰਿਸ਼ਨ ਦਾ ਨਾਮ, ਅੱਲਾ ਦਾ ਨਾਮ, ਗੋਡ ਦਾ ਨਾਮ ਆਪਣੀ ਜ਼ੁਬਾਨ 'ਤੇ ਲਿਖ ਲਓ, ਕਿਸੇ ਚੀਜ਼ ਦਾ ਘਾਟਾ ਨਹੀਂ ਰਹੂਗਾ। ਤੇ ਤੀਸਰੇ ਨੰਬਰ 'ਤੇ ਸਤਿਗੁਰੂ ਫਰਮਾਨ ਕਰਦੇ, ਜਾ ਕੋ ਚਿੰਤਾ ਬਹੁਤ ਬਹੁਤ ਦੇਹੀ ਵਿਆਪੈ ਰੋਗ, ਗ੍ਰਸਤ ਕੁਟੰਬ ਪਲੇਟਿਆ ਕਦੇ ਹਰਖ ਕਦੇ ਸੋਗ, ਗਾਉਣ ਕਰੇ ਚਾਹੋ ਕੁੰਟਕਾ ਘੜੀ ਨਾ ਬੈਸਣ ਸੋਏ, ਚਿੱਤ ਆਵੈ ਉਸ ਪਾਰ ਬ੍ਰਹਮ ਤਾਂ ਤਨ ਮਨ ਸੀਤਲ ਹੋਵੇ। ਜੇਕਰ ਸਰੀਰ ਨੂੰ ਕੋਈ ਦੁੱਖ ਤਕਲੀਫ ਹੈ, ਪਰਮੇਸ਼ਰ ਦਾ ਨਾਮ ਜਪ, ਨਾਮ ਜਪਣ ਵਾਲ ਤੇਰਾ ਸਰੀਰ ਜਿੱਥੇ ਤੂੰ ਤੜਫਦਾ ਸੀ ਉੱਥੇ ਤੜਫ ਹਟ ਜਾਊਗੀ, ਕੁਛ ਨਹੀਂ ਹੋਊਗਾ, ਸਰੀਰ ਕੁੰਦਨ ਵਰਗਾ ਹੋ ਜਾਊਗਾ। ਤੁਹਾਡਾ ਸਰੀਰ ਸਾਫ ਸੁਥਰਾ ਹੋ ਜਾਊਗਾ। ਸ਼ਰਤ ਇਹ ਹੈ ਕਿ ਤੁਸੀਂ ਪਰਮੇਸ਼ਰ ਦਾ ਨਾਮ ਜਪੋ। ਬਸ ਅੱਜ ਇਤਨਾ ਹੀ। ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ।